ਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਡੰਡੌਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਇਕ ਮਨ ਪੁਰਖ ਧਿਆਏ ਬਰਦਾਤਾ ਸੰਤ ਸਹਾਰ ਸਦਾ ਵਿਖਿਆਤਾ। ਤਾਸ ਚਰਨ ਲੈ ਹਿਰਦੈ ਬਸਾਵੋ ਤੋ ਪਰਮ ਗੁਰੂ ਨਾਨਕ ਗੁਣ ਗਾਵੋ। ਗਾਵੋ ਗੁਣ ਪਰਮ ਗੁਰੂ ਸੁਖ ਸਾਗਰ ਦੁਰਤ ਨਿਵਾਰਣ ਸ਼ਬਦ ਸਰੇ। ਗਾਵਹਿ ਗੰਭੀਰ ਧੀਰ ਮਤ ਸਾਗਰ ਯੋਗੀ ਜੰਗਮ ਧਿਆਨ ਧਰੇ। ਗਾਵਹਿ ਇੰਦਰਾਦ ਭਗਤ ਪ੍ਰਹਿਲਾਦਿਕ ਆਤਮ ਰਸ ਜਿਨ ਜਾਣਿਓ। ਕਬ ਕਲ ਸੁਜਸ ਗਾਵੋ ਗੁਰ ਨਾਨਕ ਰਾਜ ਜੋਗ ਜਿਨ ਮਾਣਿਓ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ ਪਰਤਖ ਗੁਰੂ ਨਿਸਤਾਰੇ। ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ ਨੂਰ ਅਰਸੋ ਕੁਰਸੋ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ ਸਾਹਾਂ ਦਾ ਸਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਬੇਸਾਹੋ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਮਾਰੂ ਮਹੱਲਾ ਪਹਿਲਾ। ਜੋ ਤਿਸ ਪਾਵੈ ਸੋ ਨਿਹਚੋ ਹੋਵੈ। ਮਨ ਮੁਖ ਆਪ ਗਣਾਏ ਰੋਵੈ। ਨਾਵਹੁ ਭੁੱਲਾ ਠੌਰ ਨ ਪਾਏ। ਆਏ ਜਾਏ ਦੁਖ ਪਾਏਂਦਾ।
ਜੋ ਤਿਸ ਭਾਵੈ ਸੋ ਨਿਹਚੋ ਹੋਵੈ। ਮਨ ਮੁਖ ਆਪ ਗਣਾਏ ਰੋਵੈ। ਨਾਵਹੁ ਭੁੱਲਾ ਠੌਰ ਨ ਪਾਏ। ਆਏ ਜਾਏ ਦੁਖ ਪਾਏਂਦਾ। ਨਿਰਮਲ ਕਾਇਆ ਊਜਲ ਹੰਸਾ। ਤਿਸ ਵਿੱਚ ਨਾਮ ਨਿਰੰਜਨ ਅੰਸਾ। ਸਗਲੇ ਦੁਖ ਅੰਮ੍ਰਿਤ ਕਰ ਪੀਵੈ। ਬਹੁੜ ਦੁਖ ਨਾ ਪਾਏਂਦਾ। ਬਹੁ ਸਾਧੋ ਦੁਖ ਪ੍ਰਾਪਤ ਹੋਵੈ। ਭੋਗੋ ਰੋਗ ਸੋ ਅੰਤ ਬਿਗੋਵੈ। ਹਰਖ ਸੋਗ ਨ ਮਿਟਈ ਕਬਹੂ। ਬਿਨ ਭਾਣੇ ਪਰਮਾਏ ਦਾ। ਗਿਆਨ ਬਿਹੂਣੀ ਭਵੈ ਸਬਾਈ। ਸਾਚਾ ਰਬ ਰਹਿਆ ਲਿਵ ਲਾਈ। ਨਿਰਭਉ ਸ਼ਬਦ ਗੁਰੂ ਸੱਚ ਜਾਤਾ। ਜੋਤੀ ਜੋਤ ਮਿਲਾਏਂਦਾ। ਗਿਆਨ ਬਿਹੂਣੀ ਭਵੈ ਸਬਾਈ। ਸਾਚਾ ਰਬ ਰਹਿਆ ਲਿਵ ਲਾਈ। ਨਿਰਭਉ ਸ਼ਬਦ ਗੁਰੂ ਸੱਚ ਜਾਤਾ। ਜੋਤੀ ਜੋਤ ਮਿਲਾਏਂਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਛਤਰ ਤੱਖ ਦੇ ਮਾਲਕ, ਲੋਕ ਪਰਲੋਕ ਦੇ ਰੱਖਿਅਕ, ਸਰਬ ਸਾਂਝੀ ਬਾਲਤਾ ਦਾ ਉਪਦੇਸ਼ ਦੇਣ ਵਾਲੇ, ਸਰਬ ਸਾਂਝੇ ਗੁਰੂ, ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਜੁੜ ਬੈਠੇ ਗੁਰੂ ਰੂਪ ਗੁਰੂ ਸਵਾਰੇ ਸਤ ਸੰਗੀ ਜਨੋ, ਆਪ ਜੀ ਵੱਡਿਆਂ ਭਾਗਾਂ ਵਾਲੇ ਹੋ ਜੋ ਦਸ਼ਮੇਸ਼ ਪਿਤਾ ਗੁਰੂ ਕਲਗੀਧਰ ਸਤਿਗੁਰੂ ਅੰਮ੍ਰਿਤ ਕੇ ਦਾਤੇ ਸਰਬੰਸ ਦਾਨੀ ਸਹਿਬੇ ਕਮਾਲ ਹੱਕ ਹੱਕ ਅੰਦੇਸ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਸ਼ਾਹ ਸ਼ਹਿਨਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਚਰਨ ਛੋਹ ਧਰਤੀ, ਮਹਾਨ ਪਵਿੱਤਰ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਵਿਖੇ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰ ਕੇ ਸਤ ਸੰਗਤ ਕਰਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤ ਵੇਲੇ ਤੋਂ ਸਜੇ ਦੀਵਾਨਾਂ ਵਿੱਚ ਆਪ ਜੀ ਨੇ ਹੁਣੇ ਹੀ ਸਤਿਕਾਰਯੋਗ ਗੁਰੂ ਘਰ ਦੇ ਕੀਰਤਨੀਆਂ ਪਾਸੋਂ ਸ਼੍ਰੀ ਆਸਾ ਜੀ ਕੀ ਵਾਰ ਦੇ ਕੀਰਤਨ ਸ਼ਰਵਣ ਕੀਤੇ ਹਨ। ਸਵਾਓ ਗੁਰੂ ਸਵਾਰਿਓ, ਸਮਾਂ ਹੈ ਜੋ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਮਾਰੂ ਰਾਗ ਦੇ ਵਿੱਚੋਂ ਆਪ ਸੰਗਤਾਂ ਸ਼ਰਵਣ ਕਰਦੀਆਂ ਆ ਰਹੀਆਂ ਹਨ। ਗੁਰੂ ਨਾਨਕ ਸਾਹਿਬ ਮਹਾਰਾਜ ਦੇ ਪਾਵਨ ਸ਼ਬਦ ਮਾਰੂ ਸੋਲਹੇ ਦੀ ਵਿਚਾਰ ਚੱਲ ਰਹੀ ਹੈ। 1034 ਅੰਕ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਡੇ ਉੱਤੇ ਬਖਸ਼ਿਸ਼ ਕਰ ਰਹੇ ਹਨ। ਕੱਲ੍ਹ ਪਹਿਲੇ 4 ਪਦਿਆਂ ਦੀ ਵਿਚਾਰ ਹੋਈ ਸੀ, ਹੁਣ ਸਤਿਗੁਰੂ ਅਗਲੇ ਪਦਿਆਂ ਵਿੱਚ ਸਾਡੇ ਉੱਤੇ ਬਖਸ਼ਿਸ਼ ਕਰ ਰਹੇ ਹਨ। ਆਓ ਆਪਣੀਆਂ ਮਨ ਬਿਰਤੀਆਂ ਇਕਾਗਰ ਕਰੀਏ, ਧਿਆਨ ਗੁਰੂ ਚਰਨਾਂ ਨਾਲ ਜੋੜੀਏ।
ਤੇ ਗੁਰੂ ਮਹਾਰਾਜ ਜੀ ਦੇ ਪਾਵਨ ਉਪਦੇਸ਼ ਨੂੰ ਹਿਰਦਿਆਂ ਵਿੱਚ ਵਸਾ ਕੇ ਆਪਣਾ ਜੀਵਨ ਸਫਲਾ ਕਰੀਏ। ਕਰੋ ਸਾਰੇ ਆਪਣੀ ਰਸਨਾ ਪਵਿੱਤਰ, ਆਖੋ ਜੀ ਸਤਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀ। ਜੋ ਤਿਸ ਭਾਵੈ ਸੋ ਨਿਹਚੋ ਹੋਵੈ, ਮਨ ਮੁਖ ਆਪ ਗਣਾਏ ਰੋਵੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਬਖਸ਼ਿਸ਼ ਕਰਦੇ ਹਨ। ਪਰਮਾਤਮਾ ਦੀ ਰਜ਼ਾ ਦੀ, ਵਾਹਿਗੁਰੂ ਦੇ ਹੁਕਮ ਦੀ ਗੱਲ ਕਰਦੇ ਹਨ ਕਿ ਸੰਸਾਰ ਵਿੱਚ ਜੋ ਕੁਝ ਹੋਣਾ ਹੈ ਉਹਦੇ ਉੱਤੇ ਭਰੋਸਾ ਰੱਖ ਕੇ ਇਹ ਹੋ ਕੇ ਰਹੇਗਾ। ਜੋ ਪਹਿਲਾਂ ਹੋਇਆ, ਪਿੱਛੇ ਹੋਇਆ, ਵਰਤਮਾਨ ਸਮੇਂ ਦੇ ਵਿੱਚ ਹੋਇਆ ਜਾਂ ਅੱਗੇ ਹੋਵੇਗਾ, ਉਹਨੂੰ ਹੋਰ ਕੋਈ ਨਹੀਂ ਕਰਨ ਵਾਲਾ, ਕੇਵਲ ਪਰਮਾਤਮਾ ਹੀ ਕਰਨ ਵਾਲਾ ਹੈ। ਕਿਉਂਕਿ ਪਰਮਾਤਮਾ ਵਾਹਿਗੁਰੂ ਦੇ ਵਿੱਚ ਹੀ ਇਹ ਸ਼ਕਤੀ ਹੈ, ਉਹਦਾ ਹੁਕਮ ਹੀ ਸਾਰੀਆਂ ਥਾਵਾਂ 'ਤੇ ਚੱਲ ਰਿਹਾ ਹੈ। ਇਕਨਾਂ ਦੇ ਉੱਤੇ ਉਹ ਬਖਸ਼ਿਸ਼ ਕਰਕੇ ਆਪਣਾ ਨਾਮ ਜਪਾਉਂਦਾ, ਅੰਮ੍ਰਿਤ ਵੇਲੇ ਦੀ ਸੰਭਾਲ ਕਰਾਉਂਦਾ ਤੇ ਨਾਲ ਗੁਰੂ ਸਵਾਰੇ ਲੋਕ ਭਲਾਈ ਦੇ ਲੋਕਾਂ ਪਾਸੋਂ ਕੰਮ ਕਰਵਾ ਰਿਹਾ ਹੈ। ਇਕਨਾਂ ਨੂੰ ਮਾਲਕ ਨੇ ਐਸੀ ਮੱਤ ਮਾਰੀ ਹੈ ਕਿ ਉਹ ਕੁਰਾਹੇ ਪਏ ਹੋਏ ਨੇ। ਧਰਮ ਦਾ ਨਾਮੋ ਨਿਸ਼ਾਨ ਨਹੀਂ ਉਹਨਾਂ ਦੇ ਕੋਲ। ਨਾ ਉਹ ਧਰਮੀ ਹਨ, ਨਾ ਗੁਰੂ ਸਰੇ ਅੰਮ੍ਰਿਤ ਵੇਲੇ ਸੰਭਾਲ ਕਰਦੇ ਹਨ, ਨਾ ਹੀ ਕਿਸੇ ਲੋੜਵੰਦ ਦੀ ਸਹਾਇਤਾ ਕਰਦੇ ਹਨ। ਕਹਿੰਦੇ ਹੈ ਇਹ ਦੋਨੋਂ ਪਰਮਾਤਮਾ ਦੇ ਹੁਕਮ ਦੇ ਵਿੱਚ ਨੇ। ਵਾਹਿਗੁਰੂ ਦਾ ਜਿਵੇਂ ਹੁਕਮ ਹੈ ਉਸੇ ਤਰ੍ਹਾਂ ਜੀਵ ਨੂੰ ਵਾਹਿਗੁਰੂ ਚਲਾ ਰਿਹਾ ਹੈ। ਇਸ ਕਰਕੇ ਜੋ ਉਸ ਮਾਲਕ ਨੂੰ ਭਾਉਂਦਾ ਹੈ ਸੋ ਨਿਸ਼ਚੋ ਹੋਵੇ, ਭਰੋਸਾ ਰੱਖ ਐ ਜੀਵ ਉਹ ਹੋ ਕੇ ਰਹੇਗਾ। ਅਟਲ ਸੱਚਾਈ ਹੈ, ਉਹ ਹੋ ਕੇ ਰਹੇਗਾ, ਉਹਨੂੰ ਕੋਈ ਟਾਲ ਨਹੀਂ ਸਕਦਾ ਹੈ। ਪਰ ਮਨਮੁਖ ਜੀਵ ਆਪ ਗਣਾਏ ਰੋਵੈ। ਜਦੋਂ ਜੀਵ ਉੱਤੇ ਕੋਈ ਦੁੱਖ ਦੀ ਘੜੀ ਆਉਂਦੀ ਨਾ, ਸੁੱਖ ਆ ਗਿਆ, ਸੁੱਖ ਵੇਲੇ ਤਾਂ ਜੀਵ ਕਹਿੰਦਾ ਏ ਇਹ ਕੰਮ ਮੈਂ ਕੀਤਾ, ਜੇ ਮੈਂ ਨਹੀਂ ਕਰਦਾ ਤਾਂ ਮੇਰੇ ਤੋਂ ਬਿਨਾਂ ਕੰਮ ਨਹੀਂ ਹੋਣਾ ਸੀ। ਇਹ ਉਦੋਂ ਆਪਣਾ ਆਪ ਗਣਾਉਂਦਾ ਕਿ ਇਹ ਮੈਂ ਕੀਤਾ। ਪਰ ਜਦੋਂ ਦੁੱਖ ਆਉਂਦਾ ਏ ਤੇ ਦੁੱਖ ਵੇਲੇ ਗੁਰੂ ਸਵਰੇ ਫਿਰ ਪਰਮਾਤਮਾ ਨੂੰ ਉਲਾਂਭੇ ਦੇਣ ਲੱਗ ਪੈਂਦਾ ਕਿ ਰੱਬ ਨੇ ਚੰਗਾ ਨਹੀਂ ਕੀਤਾ ਮੇਰੇ ਨਾਲ, ਵਾਹਿਗੁਰੂ ਨੇ ਚੰਗਾ ਨਹੀਂ ਕੀਤਾ। ਇੱਥੋਂ ਤੱਕ ਕਈ ਭੁੱਲੜ ਲਿਖਾਰੀ ਇਹੋ ਜਿਹੇ ਵੀ ਸਨ ਜਿਨ੍ਹਾਂ ਨੇ ਗੁਰੂ ਕਲਗੀਧਰ ਪਾਤਸ਼ਾਹ ਦੇ ਬਾਬਤ ਵੀ ਇਸ ਤਰ੍ਹਾਂ ਲਿਖ ਦਿੱਤਾ ਕਿ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੁਰਕਾਂ ਨਾਲ ਸੰਧੀ ਕਰ ਲੈਂਦੇ, ਪਹਾੜੀ ਰਾਜਿਆਂ ਨਾਲ ਸੰਧੀ ਕਰ ਲੈਂਦੇ, ਤੇ ਸਤਿਗੁਰੂ ਨੂੰ ਆਪਣਾ ਅਨੰਦਪੁਰ ਸਾਹਿਬ ਨਹੀਂ ਛੱਡਣਾ ਪੈਣਾ ਸੀ। ਸਤਿਗੁਰੂ ਨੂੰ ਫਿਰ ਆਪਣੇ ਬੱਚੇ ਨਹੀਂ ਸ਼ਹੀਦ ਕਰਾਉਣੇ ਪੈਣੇ ਸਨ। ਇਹੋ ਜਿਹੇ ਭੁੱਲੜ ਲਿਖਾਰੀ ਵੀ ਹਨ ਜਿਨ੍ਹਾਂ ਨੂੰ ਗੁਰੂ ਉੱਤੇ ਬਿਲਕੁਲ ਵਿਸ਼ਵਾਸ ਹੀ ਨਹੀਂ, ਭਰੋਸਾ ਨਹੀਂ ਹੈ। ਦੇਖੋ ਜੇ ਅੱਜ ਸਾਹਿਬਜ਼ਾਦੇ ਨੂੰ ਆਪਾਂ ਯਾਦ ਕਰਦੇ ਹਾਂ ਤਾਂ ਯਾਦ ਕਰਦੇ ਹਾਂ ਕਿਉਂਕਿ ਉਹਨਾਂ ਨੇ ਬਚਪਨ ਦੇ ਵਿੱਚ ਸ਼ਹਾਦਤ ਦਾ ਜਾਮ ਪੀਣਾ ਕੀਤਾ ਹੈ, ਸ਼ਹੀਦ ਹੋਏ ਨੇ। ਜੇ ਸਾਹਿਬਜ਼ਾਦੇ ਸ਼ਹੀਦ ਨਹੀਂ ਹੁੰਦੇ ਕਿਹਨੇ ਯਾਦ ਕਰਨਾ ਸੀ? ਸਾਹਿਬਜ਼ਾਦੇ ਤਾਂ ਗੁਰੂ ਨਾਨਕ ਪਾਤਸ਼ਾਹ ਦੇ ਵੀ ਸੀ, ਬਾਬਾ ਸ਼੍ਰੀ ਚੰਦ, ਬਾਬਾ ਲੱਖੀ ਦਾਸ, ਯਾਦ ਤਾਂ ਉਹਨੂੰ ਵੀ ਕਰਦੇ ਨੇ ਪਰ ਘੱਟ ਕਰਦੇ ਨੇ। ਭਾਈ ਦਾਸੂ ਜੀ, ਭਾਈ ਦਾਤੂ ਜੀ, ਗੁਰੂ ਅੰਗਦ ਦੇਵ ਮਹਾਰਾਜ ਦੇ ਸਾਹਿਬਜ਼ਾਦੇ, ਅੱਗੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਸਾਹਿਬ, ਬਾਬਾ ਮੋਹਨ ਜੀ, ਬਾਬਾ ਮੋਹਰੀ ਜੀ, ਕਿੰਨਾ ਕੁ ਆਪਾਂ ਯਾਦ ਕਰਦੇ ਹਾਂ। ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਨੇ, ਜਿਹੜੇ ਆਪਣੇ ਧਰਮ ਦੇ ਲਈ, ਦੇਸ਼ ਕੌਮ ਦੇ ਲਈ ਜਿਹਨੇ ਸ਼ਹਾਦਤ ਦਾ ਜਾਮ ਪੀਣਾ ਕੀਤਾ ਏ, ਨਿੱਕੀਆਂ ਜਿੰਦਾਂ ਵੱਡੇ ਸਾਕੇ ਕਰਕੇ ਵਿਖਲਾਏ ਨੇ, ਉਹਨਾਂ ਨੂੰ ਅੱਜ ਆਪਾਂ ਯਾਦ ਕਰਦੇ, ਰਹਿੰਦੀ ਦੁਨੀਆ ਤੱਕ ਲੋਕ ਯਾਦ ਕਰਦੇ ਰਹਿਣਗੇ। ਸੀਸ ਝੁਕਦਾ ਰਹੇਗਾ।
ਇਹੋ ਜਿਹੜੇ ਭੁੱਲੜ ਨੇ ਉਹ ਲੋਕ ਸ਼ਰਾਰਤੀ ਅਨਸਰ ਨੇ, ਜਿਹੜੇ ਗੁਰੂ ਸਾਹਿਬ ਕੋਝੀਆਂ ਸ਼ਰਾਰਤਾਂ ਕਰਦੇ ਨੇ ਤਾਂ ਕਿਹੜਾ ਸਿੱਖ ਧਰਮ ਹੈ ਖਤਮ ਹੋ ਜਾਵੇ। ਪਰ ਸਿੱਖ ਧਰਮ ਐਵੇਂ ਨਹੀਂ ਪੈਦਾ ਹੋਇਆ। ਗੁਰੂ ਨਾਨਕ ਪਾਤਸ਼ਾਹ ਨੇ ਪਹਿਲੇ ਜਾਮੇ 'ਚ ਆਖਿਆ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਇਹ ਬਚਨ ਗੁਰੂ ਨਾਨਕ ਪਾਤਸ਼ਾਹ ਨੇ ਕੀਤੇ। ਫਿਰ ਸਮਾਂ ਆਇਆ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ, ਗੁਰੂ ਕਲਗੀਧਰ ਪਾਤਸ਼ਾਹ ਦਾ। ਫਿਰ ਸਤਿਗੁਰ ਨੇ ਬਚਨ ਸਤ ਕਰਕੇ ਵਿਖਲਾਏ ਨੇ। ਕਿੰਨਿਆਂ ਨੇ ਆਪਣੇ ਸੀਸ ਦੇਣਾ ਕੀਤੇ ਨੇ, ਕਿੰਨਾ ਲਹੂ ਡੁੱਲਿਆ, ਕਿੰਨੀਆਂ ਸ਼੍ਰੀ ਸਾਹਿਬਾਂ ਦੇ ਨਾਲ ਸਿੱਖਾਂ ਦੇ ਸਿਰ ਵੱਢ ਵੱਢ ਕੇ ਨੇਜਿਆਂ 'ਤੇ ਟੰਗੇ ਗਏ ਨੇ। ਜਿਹੜਾ ਸਿੱਖ ਹੈ, ਸਿੱਖ ਇਤਿਹਾਸ ਦੀਆਂ ਜਿਹੜੀਆਂ ਨੀਵਾਂ ਨੇ ਬੜੀਆਂ ਮਜ਼ਬੂਤ ਨੇ, ਕਿਉਂਕਿ ਲਹੂ ਦੀ ਛਿਹਾਈ ਦੇ ਨਾਲ, ਤਲਵਾਰ ਦੀ ਨੋਕ ਦੇ ਨਾਲ। ਯਾਦ ਰੱਖਿਓ, ਜੇ ਤੁਹਾਨੂੰ ਪੁੱਛੇ ਨਾ ਕਿ ਸਿੱਖ ਇਤਿਹਾਸ ਕਿਵੇਂ ਲਿਖਿਆ ਗਿਆ, ਤੁਸੀਂ ਆਖਣਾ ਲਹੂ ਦੀ ਛਿਹਾਈ ਦੇ ਨਾਲ, ਤਲਵਾਰ ਦੀ ਨੋਕ ਦੇ ਨਾਲ ਸਿੱਖ ਇਤਿਹਾਸ ਲਿਖਿਆ। ਦੇਖਣਾ ਕਰੋ, ਜਿਹੜਾ ਐਡਾ ਮਾਣ ਮੱਤਾ ਸਾਡਾ ਇਤਿਹਾਸ ਹੋਵੇ ਉਹਨੂੰ ਆਪਾਂ ਕਿਵੇਂ ਭੁੱਲ ਜਾਈਏ। ਕੋਈ ਨਹੀਂ ਗੁਰੂ ਸਾਹਿਬ ਵਿਸਾਰ ਸਕਦਾ। ਇਹ ਨਹੀਂ ਖਤਮ ਹੋਣਾ। ਜਿੰਨੀਆਂ ਮਰਜ਼ੀਆਂ ਇਹ ਸ਼ਰਾਰਤੀ ਅਨਸਰ ਕੋਝੀਆਂ ਸ਼ਰਾਰਤਾਂ ਕਰ ਲੈਣ ਅਤੇ ਸਿੱਖ ਧਰਮ ਖਤਮ ਨਹੀਂ ਹੋਵੇਗਾ। ਰਹਿੰਦੀ ਦੁਨੀਆ ਵਿੱਚ ਇਹ ਰਹਿੰਦੀ ਦੁਨੀਆ ਤੱਕ ਰਹੇਗਾ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਦੇ ਨੇ, ਕਹਿੰਦੇ ਇੱਕ ਗੱਲ ਯਾਦ ਰੱਖ, ਸਿੱਖ ਲਈ ਇੱਕ ਗੱਲ, ਸਿੱਖ ਨੂੰ ਇੱਕ ਗੱਲ ਦਾ ਭਰੋਸਾ ਹੈ ਕਿ ਜੋ ਉਸ ਮਾਲਕ ਨੂੰ ਭਾਉਂਦਾ ਹੋਵੇਗਾ ਉਹ ਨਿਸ਼ਚੋ ਹੋਵੇ। ਸਿੱਖ ਭਰੋਸਾ ਕਰਦਾ ਕਿ ਉਹ ਹੋ ਕੇ ਰਹੇਗਾ। ਪਰ ਮਨਮੁੱਖ ਜੀਵ ਹੈ, ਆਪਣਾ ਆਪ ਗਵਾਏ ਰੋਵੇ, ਆਪਣਾ ਆਪ ਨੂੰ ਬਣਾਉਂਦਾ ਕਿ ਮੈਂ ਆਹ ਕੀਤਾ, ਮੈਂ ਆਹ ਕੀਤਾ, ਮੇਰੇ ਨਾਲ ਰੱਬ ਨੇ ਚੰਗਾ ਨਹੀਂ ਕੀਤਾ। ਅਤੇ ਫਿਰ ਅਖੀਰ ਦੇ ਅੰਤ ਵੇਲੇ ਗੁਰੂ ਸਾਹਿਬ ਉਹ ਰੋਂਦਾ ਹੈ। ਇਹੋ ਜਿਹੇ ਬਹੁਤ ਸਾਰੇ ਸਾਨੂੰ ਹਵਾਲੇ ਮਿਲ ਜਾਂਦੇ ਗੁਰਬਾਣੀ ਵਿੱਚੋਂ, ਗੁਰ ਇਤਿਹਾਸ ਵਿੱਚੋਂ, ਜਿਨ੍ਹਾਂ ਨੇ ਪ੍ਰਭੂ ਦੇ ਭਾਣੇ ਨੂੰ, ਹੁਕਮ ਨੂੰ ਮਿੱਠਾ ਕਰਕੇ ਮੰਨਣਾ ਕੀਤਾ। ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਬਚਨ ਨੇ। ਭਾਈ ਗੁਰਦਾਸ ਜੀ ਬਚਨ ਕਰਦੇ ਹਨ ਕਿ ਹੋਮੈ ਗਰਭ ਨਿਵਾਰੀ ਹੈ, ਗੁਰਮੁਖ ਹਿਰਦੈ ਗਰੀਬੀ ਆਵੈ, ਗਿਆਨ ਮਤੀ ਘਟ ਚਾਨਣਾ, ਭਰਮ ਅਗਿਆਨ ਅੰਧੇਰ ਮਿਟਾਵੈ, ਦੁਨੀਆ ਵਿੱਚ ਪਰਾਹੁਣਾ, ਦਾਵਾ ਛੱਡ ਰਹਿ ਲੈ ਦਾਵੈ। ਕਹਿੰਦੇ ਨੇ ਦੁਨੀਆ ਵਿੱਚ ਇਹ ਜੀਵਤ ਪ੍ਰਾਹੁਣਚਾਰੀ ਦੇ ਵਿੱਚ ਹੈ, ਆਪਣਾ ਦਾਵਾ ਛੱਡਦੇ ਰਹਿ ਦਾਵੈ। ਦਾਵੇ ਤੋਂ ਰਹਿਤ ਹੋਣਾ ਕਾ ਦਾਵਾ ਕਿਸੇ ਦਾ ਨਹੀਂ ਹੈ ਸੰਸਾਰ 'ਚ। ਜੇ ਸੋਚੇ ਕਿ ਮੈਂ ਦਾਵਾ ਕਰਦਾ ਮੈਂ ਇੰਨਾ ਸੰਸਾਰ 'ਚ ਇੰਨੇ ਸਾਲ ਮੈਂ ਜ਼ਿੰਦਗੀ ਭੋਗਾਂਗਾ, ਨਹੀਂ, ਗੁਰੂ ਸਵਾਰੇ ਸਾਡੇ ਵੱਸ ਦੀ ਗੱਲ ਨਹੀਂ ਹੈ। ਇਹ ਪਰਮਾਤਮਾ ਜਾਣਦਾ ਏ ਕਿੰਨੇ ਸਵਾਸ ਆਪਾਂ ਲੈਣੇ ਨੇ, ਕਿੰਨੇ ਭੋਗਣੇ ਨੇ, ਉਹ ਵਾਹਿਗੁਰੂ ਨੂੰ ਪਤਾ ਹੈ। ਉਹ ਵਾਹਿਗੁਰੂ ਨੇ ਸਾਡੇ ਸਵਾਸ ਲਿਖ ਕੇ ਪਾ ਦਿੱਤੇ ਨੇ। ਉਹ ਨਾ ਗੁਰੂ ਸਾਹਿਬ ਘਟ ਸਕਦੇ ਨਾ ਵੱਧ ਸਕਦੇ ਨੇ, ਨਾ ਵੱਢਣ ਘਟਣ ਤਿਲ ਸਾਰ। ਉਹ ਨਹੀਂ, ਜਿੰਨੇ ਪਾਏ ਨੇ ਉਨੇ ਹੀ ਮਿਲਣੇ ਨੇ। ਇਸ ਕਰਕੇ ਦੁਨੀਆ ਵਿੱਚ ਪਰੋਹਣਾ, ਦਾਵਾ ਛੱਡ ਰਹਿ ਦਾ ਦਾਵੈ, ਭਾਣਾ ਮੰਨੈ ਮੰਨੀਐ, ਆਪਣਾ ਭਾਣਾ ਆਪ ਮਨਾਵੈ, ਸਾਧ ਸੰਗਤ ਮਿਲ ਹੁਕਮ ਕਮਾਵੈ। ਕਹਿੰਦੇ ਭਾਣਾ ਵਾਹਿਗੁਰੂ ਦਾ ਭਾਣਾ ਮਨ ਮਿੱਠਾ ਕਰਕੇ। ਜੇ ਤੂੰ ਆਖੇ ਕਿ ਮੈਂ ਭਾਣਾ ਨਹੀਂ ਮੰਨਣਾ, ਅਤੇ ਪਾਤਸ਼ਾਹ ਕਹਿੰਦੇ ਨੇ, ਭਾਈ ਗੁਰਦਾਸ ਜੀ ਕਹਿੰਦੇ ਆਪਣਾ ਭਾਣਾ ਆਪ ਮਨਾਵਣ ਨੂੰ ਮਨਾਉਣਾ ਆਉਂਦਾ ਏ। ਉਸ ਵਾਹਿਗੁਰੂ ਨੂੰ ਮਨਾਉਣਾ ਆਉਂਦਾ ਕਿ ਭਾਣਾ ਮੈਂ ਆਪਣਾ ਕਿਵੇਂ ਮਨਾਉਣਾ ਹੈ ਅਤੇ ਕਰਨਾ ਕੀ ਹੈ। ਸਤਿਗੁਰੂ ਦੱਸੋ। ਭਾਈ ਗੁਰਦਾਸ ਜੀ ਕਹਿੰਦੇ ਨੇ ਸਾਧ ਸੰਗਤ ਮਿਲ ਹੁਕਮ ਕਮਾਵੈ। ਸਾਧ ਸੰਗਤ ਵਿੱਚ ਮਿਲ ਕੇ ਉਸ ਵਾਹਿਗੁਰੂ ਦਾ ਹੁਕਮ ਕਮਾਉਣਾ ਹੈ। ਜੋ ਵਾਹਿਗੁਰੂ ਹੈ ਹੁਕਮ ਕਰਦਾ, ਹੁਕਮ ਨੂੰ ਸੱਤ ਕਰਕੇ ਮੰਨਣਾ, ਬਸ ਇਹ ਜ਼ਿੰਦਗੀ ਹੈ। ਜਦੋਂ ਸਾਨੂੰ ਦੁੱਖ ਆਇਆ, ਦੁੱਖ ਵੇਲੇ ਵੀ ਆਪਾਂ ਵਾਹਿਗੁਰੂ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਨੀ ਹੈ। ਸੁੱਖ ਆਇਆ
ਤੇ ਸੁੱਖ ਵੇਲੇ ਵੀ ਆਪਾਂ ਵਾਹਿਗੁਰੂ ਦੇ ਚਰਨਾਂ 'ਚ ਗੁਰੂ ਸਵਾਰਿਓ ਸ਼ੁਕਰਾਨਾ ਕਰਨਾ ਕਿ ਵਾਹਿਗੁਰੂ ਗੁਰੂ ਸਾਹਿਬਾਨ ਜੀ ਤੁਹਾਡਾ ਸ਼ੁਕਰ ਹੈ। ਤੇ ਸਾਡੀ ਹਾਲਤ ਇਹੋ ਜਿਹੀ ਹੈ, ਜੋ ਦੁੱਖ ਦੀ ਘੜੀ ਆਉਂਦੀ ਹੈ ਤੇ ਦੁੱਖ ਵੇਲੇ ਆਪਾਂ ਪਰਮਾਤਮਾ ਨੂੰ ਲਾਂਭੇ ਦੇਣ ਲੱਗ ਪੈਂਦੇ ਆ, ਤੇ ਸੁੱਖ ਆਉਂਦਾ ਤੇ ਸੁੱਖ ਵੇਲੇ ਆਪਾਂ ਵਾਹਿਗੁਰੂ ਨੂੰ ਵਿਸਾਰ ਦਿੰਦੇ ਆ, ਭੁਲਾ ਦਿੰਦੇ ਆ। ਤੇ ਇਹੋ ਜਿਹੀ ਸਾਡੀ ਹਾਲਤ ਹੈ। ਭਾਣਾ ਮੰਨਣ ਵਾਲੇ ਇਹੋ ਜਿਹੇ ਬਹੁਤ ਸਾਰੇ ਗੁਰੂ ਦੇ ਸਿੱਖ ਹੋਏ ਨੇ, ਜਿਨ੍ਹਾਂ ਨੇ ਰੱਬ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ। ਗੁਰੂ ਨਾਨਕ ਸਾਹਿਬ ਮਹਾਰਾਜ ਵਿਚਰਦੇ ਹੋਏ ਇੱਕ ਨਗਰ ਵਿੱਚ ਪਹੁੰਚੇ ਨੇ, ਜਿਸ ਬਾਅਦ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਉੱਥੋਂ ਨਗਰ ਤੋਂ ਬਾਹਰ ਡੇਰਾ ਲਾ ਲਿਆ। ਇੱਕ ਜਲਾਲ ਪੀਰ ਸਤਿਗੁਰੂ ਜੀ ਨੇ ਰਾਤਰੀ ਵਿਸ਼ਰਾਮ ਕੀਤਾ। ਜਲਾਲ ਪੀਰ ਦਾ ਇੱਕ ਸਿੰਧੀ ਚੇਲਾ ਉੱਥੋਂ ਦੀ ਲੰਘ ਰਿਹਾ, ਕੀ ਦੇਖਦਾ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਅੰਮ੍ਰਿਤ ਵੇਲੇ ਉੱਠੇ ਨੇ। ਸਤਿਗੁਰੂ ਜੀ ਨੇ ਉਸ ਅਕਾਲ ਪੁਰਖ ਦਾ ਧੰਨਵਾਦ ਕੀਤਾ। ਜਪਜੀ ਸਾਹਿਬ ਦੀ ਪਾਵਨ ਬਾਣੀ ਦਾ ਸਤਿਗੁਰੂ ਜਾਪ ਕਰ ਰਹੇ ਨੇ। ਜਪਜੀ ਸਾਹਿਬ ਦੀ ਪਾਵਨ ਬਾਣੀ ਦਾ ਜਾਪ ਹੋ ਰਿਹਾ। ਉਹ ਜਲਾਲ ਪੀਰ ਦਾ ਜਿਹੜਾ ਚੇਲਾ ਸੀ ਸਿੰਧੀ, ਉਹ ਬੜੇ ਧਿਆਨ ਨਾਲ ਸੁਣ ਰਿਹਾ। ਤੇ ਸਤਿਗੁਰੂ ਨੇ ਆਖਿਆ, ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ, ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ। ਜਦੋਂ ਇਹ ਆਖਿਆ, ਜਪਜੀ ਸਾਹਿਬ ਦਾ ਪਾਠ ਸਾਰਾ ਸੁਣਿਆ, ਇਹ ਪੰਗਤੀ ਨੋਟ ਕਰ ਲਈ, ਗੁਰਮੁਖ ਨਾਦੰ ਗੁਰਮੁਖ ਵੇਦੰ। ਉਧਰ ਇਹਦਾ ਜਿਹੜਾ ਜਲਾਲ ਪੀਰ ਸੀ ਨਾ, ਉਹ ਉਡੀਕ ਕਰ ਰਿਹਾ ਕਿ ਅੱਗੇ ਚੇਲਾ ਨਿਹਤਾ ਪ੍ਰਤੀ ਸਮੇਂ ਸਿਰ ਆਉਂਦਾ ਤੇ ਟਹਿਰ ਸੇਵਾ ਕਰਦਾ, ਤੇ ਅੱਜ ਲੇਟ ਹੋ ਗਿਆ। ਜਦੋਂ ਪੀਰ ਦੇ ਕੋਲ ਜਾ ਕੇ ਪਹੁੰਚਿਆ, ਸਾਈਂ ਪੀਰ ਨੂੰ ਮੱਥਾ ਟੇਕਿਆ ਤੇ ਪੀਰ ਪੁੱਛਦਾ, ਕਹਿਣ ਲੱਗੇ, ਅੱਜ ਤੂੰ ਦੇਰੀ ਕਿਉਂ ਕੀਤੀ ਹੈ, ਅੱਜ ਕਿਉਂ ਲੇਟ ਆਇਆ ਏ? ਤੇ ਪੀਰ ਆਖਣ ਲੱਗਿਆ, ਅੱਗੋਂ ਚੇਲਾ ਆਖਣ ਲੱਗਿਆ ਕਿ ਬਾਹਰ ਰੱਬ ਦੇ ਪਿਆਰੇ ਫਕੀਰ ਬੈਠੇ ਹੋਏ ਨੇ। ਉਹਨਾਂ ਵਿੱਚ ਇੱਕ ਪੀਰ ਨੇ, ਇਸ ਗੁਰਮੁਖ ਨੇ ਇਸ ਤਰ੍ਹਾਂ ਦੇ ਬਚਨ ਪੜ੍ਹੇ ਨੇ, ਮੈਂ ਉਹਨਾਂ ਦੀ ਜਿਹੜੀ ਉਚਾਰਨ ਕੀਤੀ ਕਲਮਾਂ ਨੂੰ ਸੁਣ ਰਿਹਾ ਸੀ। ਆਪਣੇ ਮੁੱਖੋਂ ਆਖ ਰਹੇ ਸਨ ਕਿ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਹਾ ਸਮਾਈ। ਮੈਨੂੰ ਗੁਰਮੁਖ ਦਾ ਪਤਾ ਲੱਗ, ਗੁਰਮੁਖ ਹੈ ਕੌਣ ਹੈ। ਜਲਾਲੂ ਪੀਰ ਵੀ ਸੁਣ ਕੇ ਹੈਰਾਨ ਹੋ ਗਿਆ। ਕਹਿਣ ਲੱਗੇ, ਜਾ ਕੇ ਸਾਡੇ ਉਸ ਪੀਰ ਨੂੰ ਆਖ ਕਿ ਮੈਂਡਾ ਪੀਰ ਤੈਨੂੰ ਯਾਦ ਕਰਦਾ ਹੈ, ਕਿ ਮੇਰਾ ਪੀਰ ਤੈਨੂੰ ਯਾਦ ਕਰਦਾ ਹੈ। ਕਹਿੰਦੇ ਨੇ ਉਸ ਸਮੇਂ ਇਹ ਵਾਪਸ ਗਿਆ। ਜਾ ਕੇ ਇਹਨੇ ਧੰਨ ਗੁਰੂ ਨਾਨਕ ਦੇ ਮਹਾਰਾਜ ਦੇ ਚਰਨਾਂ 'ਚ ਮੱਥਾ ਟੇਕਿਆ, ਸਿਜਦਾ ਕੀਤਾ। ਸਿਜਦਾ ਕਰਨ ਉਪਰੰਤ ਕਹਿਣ ਲੱਗਿਆ, ਸੱਚੇ ਪਾਤਸ਼ਾਹ, ਮੈਂਡਾ ਪੀਰ ਸਦਾਏ ਦਾ। ਹੇ ਪਾਤਸ਼ਾਹ ਜੀ, ਮੈਂਡਾ ਪੀਰ ਸਦਾਏ ਦਾ, ਮੇਰਾ ਪੀਰ ਤੁਹਾਨੂੰ ਸੱਦਦਾ ਹੈ। ਗੁਰੂ ਨਾਨਕ ਪਾਤਸ਼ਾਹ ਤੁਰ ਪਏ। ਭਾਈ ਮਰਦਾਨਾ ਜੀ ਨਾਲ ਨੇ। ਭਾਈ ਮਰਦਾਨਾ ਜੀ ਨਾਲ ਜਦੋਂ ਕਹਿੰਦੇ ਜਲਾਲੂ ਪੀਰ ਦੇ ਜਲਾਲ ਪੀਰ ਦੇ ਕੋਲ ਜਾ ਕੇ ਪਹੁੰਚੇ ਨੇ, ਪੀਰ ਨੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਨੂੰ ਸਜਦਾ ਕੀਤਾ, ਨਮਸਕਾਰ ਕੀਤੀ ਹੈ। ਕਹਿਣ ਲੱਗੇ, ਤੁਸੀਂ ਆਪਣੀ ਕਲਮਾਂ ਦੇ ਵਿੱਚ ਇਹ ਪੜ੍ਹਨਾ ਕੀਤਾ, ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਹਾ ਸਮਾਈ। ਗੁਰਮੁਖ ਕੌਣ ਹੈ? ਕਿਰਪਾ ਕਰਕੇ ਸਾਨੂੰ ਗੁਰਮੁਖ ਦੀ ਪਰਿਭਾਸ਼ਾ ਦੱਸੋ, ਗੁਰਮੁਖ ਹੈ ਕੀ ਹੈ? ਗੁਰੂ ਨਾਨਕ ਸਾਹਿਬ ਮਹਾਰਾਜ ਆਖਣ ਲੱਗੇ, ਹੇ ਪੀਰ ਜੀ, ਜੇ ਮੈਂ ਤੁਹਾਨੂੰ ਸ਼ਬਦ ਦੇ ਰਾਹੀਂ ਸਮਝਾਇਆ ਤੁਸੀਂ ਮੰਨ ਲਵੋਗੇ, ਪਰ ਤੁਹਾਡਾ ਪ੍ਰੈਕਟੀਕਲ ਨਹੀਂ ਹੋਣਾ, ਤੁਹਾਨੂੰ ਵਿਸ਼ਵਾਸ ਨਹੀਂ ਬਣਨਾ। ਕੁਝ ਦਿਨ ਤੁਸੀਂ ਯਾਦ ਰੱਖੋਗੇ, ਫਿਰ ਭੁੱਲ ਜਾਵੋਗੇ। ਇੰਝ ਕਰੋ, ਤੁਸੀਂ ਪ੍ਰੈਕਟੀਕਲ ਕਰੋ। ਤੁਸੀਂ ਪਹਿਲਾਂ ਮੱਕੇ ਦੀ ਯਾਤਰਾ 'ਤੇ ਜਾ ਕੇ ਆਉਣਾ ਕਰੋ। ਜਦੋਂ ਮੱਕੇ ਦੀ ਯਾਤਰਾ ਕਰਕੇ ਵਾਪਸ ਆਓਗੇ, ਤੁਹਾਨੂੰ ਪਤਾ ਲੱਗ ਜਾ ਕਿ ਗੁਰਮੁਖ ਕੌਣ ਹੈ। ਕਹਿਣ ਲੱਗਿਆ, ਮੱਕੇ ਮੈਂ ਜਾਵਾਂਗਾ, ਤੁਸੀਂ ਪਿੱਛੋਂ ਚਲੇ ਜਾਵੋਗੇ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ, ਫਿਕਰ ਨਾ ਕਰੋ, ਅਸੀਂ ਤੁਹਾਡੇ ਇੱਥੇ ਆਉਣ ਤੱਕ ਇੰਤਜ਼ਾਰ ਕਰਾਂਗੇ, ਤੁਹਾਡੇ ਡੇਰੇ ਵਿੱਚ ਆਪਣਾ ਆਸਣ ਲਾਵਾਂਗੇ। ਪੀਰ ਤਿਆਰ ਹੋ ਗਿਆ, ਆਪਣੇ ਚੇਲੇ ਪਾਲਕਿਆਂ ਨੂੰ ਕਹਿਣ ਲੱਗਿਆ, ਦੇਖੋ ਮੈਂ ਜਾ ਰਿਹਾ ਹਾਂ, ਮੇਰੇ ਪਿੱਛੋਂ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਟਹਿਲ ਸੇਵਾ ਕਰਨੀ ਹੈ, ਸੇਵਾ ਵਿੱਚ ਕਿਸੇ ਪ੍ਰਕਾਰ ਦੀ ਕਮੀ ਨਹੀਂ ਰਹਿਣ ਦੇਣੀ। ਤੇ ਗੁਰੂ ਸਵਾਰਿਓ ਇਹ ਗੁਰੂ ਨਾਨਕ ਪਾਤਸ਼ਾਹ ਦਾ ਆਗਿਆ ਪਾ ਕੇ ਗਿਆ। ਕਹਿੰਦੇ ਨੇ ਇੱਕ ਸਮੁੰਦਰ ਦੇ ਕਿਨਾਰੇ 'ਤੇ ਪਹੁੰਚਿਆ। ਕੀ ਦੇਖਦਾ ਹੈ, ਸਮੁੰਦਰ ਦੇ ਕਿਨਾਰੇ 'ਤੇ ਬਹੁਤ ਸਾਰੇ ਘਰ ਬਣੇ ਹੋਏ ਨੇ, ਮਹਿਲ ਬਣਿਆ ਹੋਇਆ, ਉਹਦੇ 'ਚ ਆਸਣ ਲੱਗੇ ਹੋਏ ਨੇ। ਦੇਖਦਾ ਕਿ ਇਹ ਨਗਰ ਵਸਿਆ ਹੋਇਆ, ਬੜੇ ਆਲੀਸ਼ਾਨ ਮਕਾਨ ਬਣੇ ਹੋਏ ਹਨ, ਪਰ ਇਸ ਥਾਂ 'ਤੇ ਕੋਈ ਨਹੀਂ ਆ ਰਿਹਾ, ਕੋਈ ਰਹਿ ਨਹੀਂ ਰਿਹਾ ਹੈ। ਉਡੀਕ ਕਰਦਾ ਕਿ ਚਲੋ ਮੈਂ ਦੇਖਾਂਗਾ, ਜਦੋਂ ਆਉਣਗੇ ਆਉਂਦਿਆਂ ਨੂੰ ਮਿਲਾਂਗਾ ਜ਼ਰੂਰ, ਇੱਥੇ ਫਿਰ ਮੈਂ ਬਸ ਲੰਗਰ ਪਾਣੀ ਛਕਾਂਗਾ, ਪ੍ਰਸ਼ਾਦਾ। ਤੇ ਖੇਡ ਕੈਸੀ ਵਰਤੀ ਪ੍ਰਮਾਤਮਾ ਨੇ, ਖੇਡ ਵਰਤਾਈ। ਸਾਹਮਣੇ ਕੀ ਦੇਖਦਾ ਕਿ ਇੱਕ ਜਹਾਜ਼ ਜਿਹੜਾ ਸੀ ਉਹ ਪਾਣੀ ਦੇ ਵਿੱਚ, ਸਮੁੰਦਰ ਵਿੱਚ ਤੈਰ ਰਿਹਾ, ਅਤੇ ਉਹਦੇ 'ਚ ਬਹੁਤ ਸਾਰੀਆਂ ਸਵਾਰੀਆਂ ਬੈਠੀਆਂ ਹੋਈਆਂ ਨੇ, ਲੋਕ ਬੈਠੇ ਨੇ। ਉਹ ਜਹਾਜ਼ ਘੁੰਮਣ ਘੇਰੀ 'ਚ ਇਸ ਤਰ੍ਹਾਂ ਫਸਿਆ, ਤੈਰਦਾ ਹੋਇਆ ਜਹਾਜ਼ ਉਹ ਡੁੱਬਣ ਲੱਗ ਪਿਆ। ਤੈਰਦਾ ਹੋਇਆ ਜਹਾਜ਼ ਡੁੱਬ ਰਿਹਾ। ਡੁੱਬਦੇ ਹੋਏ ਜਹਾਜ਼ ਨੂੰ ਦੇਖਿਆ ਤੇ ਅੱਗੋਂ ਇਸ ਪੀਰ ਨੇ ਆਖਿਆ ਕਿ ਜਾ ਖੁਦਾ, ਇਹਨਾਂ ਲੋਕਾਂ ਨੂੰ ਕਿਉਂ ਡੋਬ ਰਿਹਾ ਹੈ, ਇਹਨਾਂ ਨੂੰ ਖੁਦਾ ਤੂੰ ਇਹਨਾਂ ਨੂੰ ਛੱਡਣਾ ਕਰ, ਇਹਨਾਂ ਨੂੰ ਤੂੰ ਬਾਹਰ ਕੱਢਣਾ ਕਰ। ਕਹਿੰਦੇ ਖੁਦਾ ਦੇ ਚਰਨਾਂ 'ਚ ਅਰਦਾਸ ਕੀਤੀ, ਦੁਆ ਕੀਤੀ, ਤੇ ਖੁਦਾ ਦੇ ਚਰਨਾਂ 'ਚੋਂ ਬੇਨਤੀ ਪ੍ਰਵਾਨ ਹੋਈ, ਤੇ ਗੁਰੂ ਸਰ ਉਹ ਜਹਾਜ਼ ਡੁੱਬਣੋਂ ਬਚ ਗਿਆ ਤੇ ਕਿਨਾਰੇ ਲੱਗ ਗਿਆ। ਲੋਕ ਬਚ ਗਏ, ਲੋਕ ਬਚੇ ਹੈ। ਤੇ ਉਸ ਤੋਂ ਬਾਅਦ ਉਸੇ ਥਾਂ 'ਤੇ ਵਾਪਸ, ਜਿੱਥੇ ਲੋਕਾਂ ਦੇ ਆਸਣ ਲੱਗੇ ਨੇ, ਬੜੇ ਸੋਹਣੇ ਮਕਾਨ ਬਣੇ ਨੇ, ਉਸ ਥਾਂ 'ਤੇ ਆ ਗਿਆ। ਕੀ ਦੇਖਦਾ ਕਿ ਉੱਥੇ ਬਹੁਤ ਸਾਰੇ ਸੰਤ ਮਹਾਂਪੁਰਖ ਬੈਠੇ ਨੇ, ਜਿਹੜੇ ਪਰਮਾਤਮਾ ਦੇ ਰੰਗ ਵਿੱਚ ਲੀਨ ਨੇ। ਉਹਨਾਂ ਸਾਰਿਆਂ ਨੂੰ ਭੋਜਨ ਪ੍ਰਸ਼ਾਦਾ ਆਇਆ, ਭੋਜਨ ਪ੍ਰਸ਼ਾਦਾ ਉਹ ਛਕ ਰਹੇ ਨੇ, ਪਰ ਇਹ ਜਲਾਲ ਪੀਰ ਇਸੇ ਤਰ੍ਹਾਂ ਬੈਠਾ ਹੋਇਆ ਭੁੱਖਾ। ਇੱਕ ਉਸ ਪੀਰ ਦਾ, ਉਸ ਮਹਾਂਪੁਰਖਾਂ ਦਾ ਕਹਿੰਦੇ ਇੱਕ ਚੇਲਾ ਕਹਿਣ ਲੱਗਿਆ, ਦੇਖੋ ਜੀ, ਬਾਕੀ ਸਾਰਿਆਂ ਨੂੰ ਭੋਜਨ ਮਿਲ ਗਿਆ, ਪਰ ਜਿਹੜਾ ਇਹ ਸਾਡੇ ਸਾਹਮਣੇ ਬੈਠਾ ਹੋਇਆ ਹੈ, ਇਹਨੂੰ ਭੋਜਨ ਨਹੀਂ ਮਿਲਿਆ, ਕਾਰਨ ਕੀ ਹੈ? ਜਿਹੜਾ ਵੱਡਾ ਸੰਤ ਸੀ ਕਹਿਣ ਲੱਗਿਆ, ਮਹਾਤਮਾ ਕਹਿਣ ਲੱਗਿਆ, ਇਹਦੇ ਪਰਾਲਬਧ ਅਨੁਸਾਰ ਇਹਨੂੰ ਮਿਲ ਜਾਵੇਗਾ, ਤੂੰ ਆਪਣਾ ਭੋਜਨ ਪ੍ਰਸ਼ਾਦਾ ਛਕ, ਪ੍ਰਸ਼ਾਦਾ ਛਕਣ ਉਪਰੰਤ ਵਾਹਿਗੁਰੂ ਦਾ ਸ਼ੁਕਰ ਕਰ, ਇੱਧਰਲੇ ਪਾਸੇ ਧਿਆਨ ਨਾ ਦੇਣਾ ਕਰ। ਲੰਗਰ ਪਾਣੀ ਛਕਿਆ, ਪਰਮਾਤਮਾ ਦੇ ਗੁਣ ਗਾਉਂਦੇ ਰਹੇ ਸਾਰੀ ਰਾਤ। ਤੇ ਜਲਾਲ ਪੀਰ ਜਿਹੜਾ ਸੀ ਇਹ ਉਡੀਕ ਕਰ ਰਿਹਾ ਕਿ ਜਦੋਂ ਇਹ ਜਾਣਗੇ, ਜਾਂਦਿਆਂ ਨੂੰ ਮੈਂ ਦੇਖਾਂਗਾ। ਸਾਰੀ ਰਾਤ ਇਹ ਜਾਗਦਾ ਰਿਹਾ, ਭੁੱਖਾ ਰਿਹਾ, ਭੁੱਖਾ ਰਿਹਾ। ਤੇ ਜਦੋਂ ਗੁਰੂ ਸਵਾਰੇ ਅੰਮ੍ਰਿਤ ਵੇਲੇ ਦਾ ਸਮਾਂ ਹੋਇਆ, ਇਹਨੂੰ ਨੀਂਦ ਆ ਗਈ, ਇਹ ਸੋ ਗਏ, ਉਹ ਚਲੇ ਗਏ। ਫਿਰ ਦੇਖਦਾ ਕਿ ਕੋਈ ਨਹੀਂ ਇੱਥੇ, ਆਸਣ ਸਾਰੇ ਖਾਲੀ ਨੇ, ਕਿੱਧਰ ਗਏ ਨੇ। ਤੇ ਇਸ ਤਰ੍ਹਾਂ ਵਿਚਾਰ ਕਰਦਾ ਤੇ ਬਾਹਰ ਨਿਕਲਿਆ। ਫਿਰ ਸਮੁੰਦਰ ਦੇ ਕਿਨਾਰੇ 'ਤੇ ਟਹਿਲਣ ਲੱਗ ਪਿਆ। ਜੋ ਸਮੁੰਦਰ ਦੇ ਕਿਨਾਰੇ 'ਤੇ ਟਹਿਲ ਰਿਹਾ ਹੈ, ਟਹਿਲਦਿਆਂ ਹੋਇਆ ਕੀ ਦੇਖਦਾ ਹੈ ਕਿ ਸਮੁੰਦਰ ਦੇ ਵਿੱਚ ਵਰਖਾ ਪੈ ਰਹੀ ਹੈ, ਤੇ ਸਮੁੰਦਰ ਦੇ ਬਾਹਰ ਧਰਤੀ ਸੁੱਕੀ ਹੈ, ਉੱਥੇ ਕੁਝ ਵੀ ਨਹੀਂ ਹੈ। ਦੇਖ ਕੇ ਹੈਰਾਨ ਹੋ ਗਿਆ, ਕਹਿਣ ਲੱਗਾ, ਜਾ ਖੁਦਾ, ਇਹ ਕੀ ਕਰ ਰਿਹਾ? ਜਿੱਥੇ ਪਾਣੀ ਦੀ ਲੋੜ ਹੈ, ਜਿੱਥੇ ਵਰਖਾ ਦੀ ਲੋੜ ਹੈ, ਉੱਥੇ ਵਰਖਾ ਨਹੀਂ ਪੈ ਰਹੀ। ਤੇ ਸਮੁੰਦਰ ਤਾਂ ਪਹਿਲੇ ਪਾਣੀ ਨਾਲ ਭਰਿਆ ਹੋਇਆ ਏ, ਤੇ ਸਮੁੰਦਰ 'ਚ ਵਰਖਾ ਪੈ ਰਹੀ ਹੈ। ਤੇ ਕਹਿੰਦੇ ਨੇ ਇਸ ਤਰ੍ਹਾਂ ਆਖਿਆ ਤੇ ਵਰਖਾ ਹਟ ਗਈ। ਫਿਰ ਸਾਰਾ ਦਿਨ ਲੰਘ ਗਿਆ। ਸ਼ਾਮ ਵੇਲੇ ਫਿਰ ਉਹ ਰੱਬ ਦੇ ਪਿਆਰੇ ਫਕੀਰ ਆਏ, ਸੰਤ ਮਹਾਂਪੁਰਖ ਆਏ। ਫਿਰ ਪੰਗਤਾਂ ਲੱਗ ਗਈਆਂ, ਇਹ ਵੀ ਵਿੱਚ ਜਾ ਕੇ ਬੈਠ ਗਿਆ। ਸਾਰਿਆਂ ਨੂੰ ਥਾਲ ਪਰੋਸ ਕੇ ਆ ਗਏ, ਪਰ ਉਹ ਫਿਰ ਖਾਲੀ। ਤਾਂ ਖਾਲੀ ਦੇਖਿਆ
ਜਿਹੜਾ ਇਹਨਾਂ ਵੱਡਾ ਸੰਤ ਸੀ, ਮਹਾਤਮਾ ਸੀ, ਪੁੱਛਣ ਲੱਗਿਆ, ਕਹਿਣ ਲੱਗਿਆ, ਸੰਤ ਜੀ ਤੈਂ ਕਿਹੜਾ ਮਾੜਾ ਕਰਮ ਕੀਤਾ ਹੋਇਆ ਹੈ ਜਿਸ ਕਰਕੇ ਤੈਨੂੰ ਭੋਜਨ ਨਹੀਂ ਮਿਲ ਰਿਹਾ, ਪ੍ਰਸ਼ਾਦਾ ਨਹੀਂ ਮਿਲ ਰਿਹਾ। ਅੱਗੋਂ ਮਹਾਤਮਾ ਕਹਿਣ ਲੱਗਿਆ, ਪੀਰ ਕਹਿਣ ਲੱਗਿਆ, ਮੈਂ ਕੋਈ ਮਾੜਾ ਕਰਮ ਨਹੀਂ ਕੀਤਾ, ਮੈਂ ਤਾਂ ਜਲਾਲ ਪੀਰ ਹਾਂ, ਮੇਰਾ ਫਲਾਣੀ ਥਾਂ 'ਤੇ ਡੇਰਾ ਹੈ, ਮੈਂ ਮੱਕੇ ਮਦੀਨੇ ਦੀ ਯਾਤਰਾ ਲਈ ਜਾ ਰਿਹਾ ਹਾਂ, ਮੈਂ ਇੱਥੇ ਡੇਰਾ ਲਾਇਆ। ਕਹਿਣ ਲੱਗੇ ਫਿਰ ਵੀ ਯਾਦ ਕਰ ਤੇ ਆਪਣੇ ਕੱਲ੍ਹ 2 ਦਿਨ ਤੈਨੂੰ ਇੱਥੇ ਹੋ ਗਏ ਰਹਿੰਦੇ, 2 ਦਿਨ ਵਿੱਚ ਕੀ ਘਟਨਾ ਵਾਪਰੀ ਹੈ। ਕਹਿਣ ਲੱਗੇ ਹੋਇਆ ਕਿ ਘਟਨਾ ਕੀ ਵਾਪਰੀ ਹੈ, ਮੈਂ ਆਪਣੇ ਨੇਤਰਾਂ ਨਾਲ ਦੇਖਿਆ ਕਿ ਸਾਹਮਣੇ ਇੱਕ ਡੁੱਬਦਾ ਜਹਾਜ਼ ਸੀ, ਸਮੁੰਦਰ 'ਚ ਡੁੱਬ ਰਿਹਾ ਸੀ, ਅਤੇ ਮੈਂ ਵਾਹਿਗੁਰੂ ਦੇ ਖੁਦਾ ਦੇ ਚਰਨਾਂ 'ਚ ਬੇਨਤੀ ਕੀਤੀ ਅਤੇ ਖੁਦਾ ਨੇ ਡੁੱਬਦਾ ਹੋਇਆ ਜਹਾਜ਼ ਬੰਨੇ ਲਾ ਦਿੱਤਾ। ਫਿਰ ਕੱਲ੍ਹ ਅੱਜ ਵਰਖਾ ਪੈ ਰਹੀ ਸੀ, ਵਰਖਾ ਪੈ ਰਹੀ ਸਮੁੰਦਰ ਵਿੱਚ, ਧਰਤੀ ਸੁੱਕੀ ਅਤੇ ਸਮੁੰਦਰ ਵਿੱਚ ਵਰਖਾ ਪੈ ਰਹੀ ਸੀ। ਅਤੇ ਮੈਂ ਆਖਿਆ, ਜਾ ਖੁਦਾ ਇਹ ਕੀ ਕਰ ਰਿਹਾ, ਵਰਖਾ ਦੀ ਲੋੜ ਧਰਤੀ ਨੂੰ ਹੈ, ਸਮੁੰਦਰ ਨੂੰ ਨਹੀਂ, ਸਮੁੰਦਰ 'ਚ ਪਹਿਲਾਂ ਪਾਣੀ ਬਹੁਤ ਹੈ। ਅਤੇ ਉਹ ਰੱਬ ਦੇ ਪਿਆਰੇ ਸੰਤ ਮਹਾਂਪੁਰਖ ਆਖਣ ਲੱਗੇ, ਇਹ ਬਹੁਤ ਵੱਡਾ ਗੁਨਾਹ ਹੋਇਆ ਤੇਰੇ ਪਾਸੋਂ, ਤੂੰ ਪਰਮਾਤਮਾ ਦਾ ਸ਼ਰੀਕ ਬਣ ਗਿਆ। ਜਿਹੜੇ ਕਹਿੰਦੇ ਜਿਹੜੇ ਡੁੱਬਦੇ ਜਹਾਜ਼ ਡੁੱਬ ਰਹੇ ਸਨ ਲੋਕ, ਉਹਨਾਂ ਦਾ ਪਾਪਾਂ ਦਾ ਬੇੜਾ ਭਰਿਆ ਹੋਇਆ ਸੀ, ਉਹ ਬੜੇ ਪਾਪ ਕੀਤੇ ਹੋਏ ਸਨ, ਅਤੇ ਪਰਮਾਤਮਾ ਸਮੁੰਦਰ 'ਚ ਡੁੱਬ ਕੇ ਉਹਨੂੰ ਸਜ਼ਾ ਦੇ ਰਿਹਾ ਸੀ। ਪਹਿਲਾ ਵਿਘਨ ਤੈਂ ਪਾਇਆ ਕਰਤੇ ਦੀ ਕੁਦਰਤ ਵਿੱਚ, ਭਾਣੇ ਤੋਂ ਉਲਟ ਕਰਮ ਕੀਤਾ। ਦੂਜਾ ਕਹਿਣ ਲੱਗੇ, ਜਿਹੜੀ ਵਰਖਾ ਦੀ ਗੱਲ ਹੈ, ਤੂੰ ਆਖਣਾ ਕੀਤਾ ਕਿ ਸਮੁੰਦਰ ਨੂੰ ਕੀ ਲੋੜ ਹੈ ਵਰਖਾ ਦੀ, ਲੋੜ ਤਾਂ ਧਰਤੀ ਦੇ ਜੀਵਾਂ ਨੂੰ ਹੈ, ਧਰਤੀ 'ਤੇ ਵਰਖਾ ਨਹੀਂ ਹੋ ਰਹੀ ਹੈ। ਕਹਿਣ ਲੱਗੇ, ਸਮੁੰਦਰ ਵਿੱਚ ਐਸੇ ਬਹੁਤ ਸਾਰੇ ਜੀਵ ਜੰਤੂ ਰਹਿੰਦੇ ਨੇ ਜਿਨ੍ਹਾਂ ਨੂੰ ਸਮੁੰਦਰ ਦਾ ਜਲ, ਖਾਰਾ ਜਲ ਹੁੰਦਾ ਸਮੁੰਦਰ ਦਾ, ਖਾਰਾ ਜਲ ਉਹ ਨਹੀਂ ਪੀਂਦੇ, ਉਹ ਪਿਆਸੇ ਬੈਠੇ ਹੋਏ ਨੇ। ਉਹ ਪਰਮਾਤਮਾ ਦੇ ਚਰਨਾਂ 'ਚ ਅਰਜ਼ੋਈਆਂ ਕਰੇ, ਬੇਨਤੀਆਂ ਕਰੇ ਕਿ ਪਰਮਾਤਮਾ ਸਾਨੂੰ ਮਿੱਠਾ ਜਲ ਦੇਣਾ ਕਰ, ਤਾਂ ਕਿ ਮਿੱਠਾ ਜਲ ਛਕ ਕੇ ਸਾਡੀ ਪਿਆਸ ਬੁੱਝ ਜਾਵੇ। ਅਤੇ ਕਹਿਣ ਲੱਗੇ, ਉਹਨਾਂ ਦੇ ਲਈ ਪਰਮਾਤਮਾ ਨੇ ਉਹ ਮਿੱਠਾ, ਜਿਹੜਾ ਵਰਖਾ ਕੀ ਮਿੱਠਾ ਜਲ ਸੀ, ਉਹਨਾਂ ਤੱਕ ਪਹੁੰਚਣਾ ਸੀ, ਉਹ ਤੇਰੇ ਕਰਕੇ ਭੁੱਖੇ ਰਹੇ ਨੇ। ਇਹ ਬਹੁਤ ਵੱਡਾ ਵਿਘਨ ਬਾਣਾ ਕੀਤਾ। ਇਹ ਗੁਰਮੁਖਾਂ ਵਾਲੇ ਕੰਮ ਨਹੀਂ, ਇਹ ਮਨਮੁਖਾਂ ਵਾਲੇ ਕੰਮ ਨੇ। ਜਿਹੜੇ ਗੁਰਮੁਖ ਨੇ ਉਹ ਪਰਮਾਤਮਾ ਦੀ ਰਜਾ ਵਿੱਚ, ਭਾਣੇ ਵਿੱਚ ਰਹਿੰਦੇ ਨੇ। ਕਹਿਣ ਲੱਗੇ, ਤੈਨੂੰ ਕਿਹਨੇ ਭੇਜਿਆ ਇੱਧਰਲੇ ਪਾਸੇ ਨੂੰ? ਕਹਿਣ ਲੱਗੇ, ਮੇਰੇ ਕੋਲ ਇੱਕ ਮੈਂਡਾ ਸਾਈਂ, ਮੇਰਾ ਫਕੀਰ, ਰੱਬ ਦਾ ਪਿਆਰਾ ਫਕੀਰ ਆਇਆ ਹੈ, ਮੇਰਾ ਸਾਈਂ, ਜਿਹਦਾ ਨਾਮ ਹੈ ਗੁਰੂ ਨਾਨਕ। ਨਾਨਕ ਨਿਰੰਕਾਰੀ ਦੇ ਨਾਮ ਨਾਲ ਜਾਣਦੇ ਨੇ। ਜਾਹਰ ਪੀਰ ਜਗਤਪੁਰ ਬਾਬਾ ਆਖਦੇ ਹਨ ਉਹਨੂੰ। ਉਹ ਗੁਰੂ ਨਾਨਕ ਸਾਹਿਬ ਮਹਾਰਾਜ ਮੇਰੇ ਡੇਰੇ ਵਿੱਚ ਨੇ, ਉਹਨਾਂ ਨੇ ਮੈਨੂੰ ਭੇਜਣਾ ਕੀਤਾ ਹੈ। ਮੈਂ ਸਵਾਲ ਕੀਤਾ ਸੀ ਕਿ ਗੁਰਮੁਖ ਅਤੇ ਮਨਮੁਖ ਦਾ ਕੀ ਅਰਥ ਹੈ, ਅਤੇ ਮੇਰੀ ਹੁਣ ਤਸੱਲੀ ਹੋ ਗਈ ਕਿ ਗੁਰਮੁਖ ਕੌਣ ਹੈ, ਜਿਹੜੇ ਉਹਦੀ ਰਜਾ ਵਿੱਚ ਚੱਲਦੇ ਨੇ, ਭਾਣੇ ਨੂੰ ਮਿੱਠਾ ਕਰਕੇ ਮੰਨਦੇ ਨੇ, ਅਸਲ ਵਿੱਚ ਉਹ ਗੁਰਮੁਖ ਹਨ। ਫਿਰ ਗੁਰੂ ਸਰੇ ਇਹ ਵਾਪਸ ਗਿਆ, ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ 'ਚ ਮੱਥਾ ਟੇਕਿਆ। ਸਤਿਗੁਰੂ ਕਹਿਣ ਲੱਗੇ, ਹਾਂ ਭਾਈ ਪੀਰ ਜੀ ਦੱਸੋ, ਤੁਹਾਨੂੰ ਹੁਣ ਸਮਝ ਆ ਗਈ ਕਿ ਅਸਲ ਵਿੱਚ ਕਿਹੜਾ ਗੁਰਮੁਖ ਹੈ, ਕਿਹੜਾ ਮਨਮੁਖ ਹੈ? ਫਿਰ ਇਹ ਸਤਿਗੁਰੂ ਦੇ ਚਰਨਾਂ ਡਿੱਗਿਆ, ਕਹਿਣ ਲੱਗਿਆ, ਪਾਤਸ਼ਾਹ ਬਿਲਕੁਲ ਸਮਝ ਆ ਗਈ ਹੈ। ਜੋ ਆਪ ਜੀ ਦੀ ਬਾਣੀ ਕਹਿ ਰਹੀ ਹੈ ਨਾ, ਗੁਰਮੁਖ ਨਾਦੰ ਗੁਰਮੁਖ ਵੇਦੰ, ਗੁਰਮੁਖ ਰਿਹਾ ਸਮਾਈ, ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ। ਸਤਿਗੁਰੂ ਇਹ ਬਿਲਕੁਲ ਸੱਚ ਹੈ। ਜਿਹੜੇ ਤੁਹਾਡੀ ਰਜਾ ਵਿੱਚ ਚੱਲਦੇ ਨੇ, ਭਾਣੇ ਨੂੰ ਮਿੱਠਾ ਕਰਕੇ ਮੰਨਦੇ ਹਨ, ਉਹ ਗੁਰਮੁਖ ਨੇ। ਜਿਹੜੇ ਭਾਣੇ ਤੋਂ ਉਲਟ ਕਰਮ ਕਰਦੇ ਹਨ, ਆਪਣੀ ਮਨ ਦੀ ਮਰਜ਼ੀ ਕਰਦੇ ਹਨ, ਉਹ ਗੁਰੂ ਸਵਾਰੇ ਫਿਰ ਮਨਮੁਖ ਹਨ। ਮਨਮੁਖਾਂ ਨੂੰ ਢੋਈ ਨਹੀਂ ਮਿਲਦੀ ਹੈ, ਅਤੇ ਗੁਰਮੁਖ ਜਨ ਮਾਲਕ ਦੇ ਦਰ 'ਤੇ, ਗੁਰੂ ਦੇ ਦਰ 'ਤੇ ਪ੍ਰਵਾਨ ਹੁੰਦੇ ਹਨ। ਇਸ ਕਰਕੇ ਸਤਿਗੁਰੂ ਭਾਈ ਗੁਰਦਾਸ ਜੀ ਕਹਿੰਦੇ ਨੇ, ਭਾਣਾ ਮੰਨੈ ਮੰਨੀਐ, ਆਪਣਾ ਭਾਣਾ ਆਪ ਮਨਾਵੈ। ਕਹਿੰਦੇ ਵਾਹਿਗੁਰੂ ਨੂੰ ਆਪਣਾ ਭਾਣਾ ਮਨਾਉਣਾ ਆਉਂਦਾ ਹੈ,
कहते दुनिया बिच परोहना दावा छड्ड रह ला दावै साध संगत मिल हुक्म कमावै। सत संगत विच मिल के उस वाहिगुरु दे हुक्म की कमाई कर, उस वाहिगुरु की रजा विच अपने जीवन नूं बतीत कर। फिर कहते देख तैनूं मालक दे पासों किवें खुशियां मिलदियां ने, खेड़े मिलदे ने। इस करके तू ये गल मनना कर। सो सतगुरु इत्थे बचन करते हैं कि जो तिस भावै सो निश्चो होवै। जो उस वाहिगुरु नूं भाउंदा है, चंगा लगदा, कहते एक गल याद रख, वो निश्चो भरोसा रख, वो होवेगा जरूर। उन्होंने टालिया नहीं जा सकता है। मनमुख आप गणाए रोवै। जिहड़ा मनमुख जीव है ना, ये अपना आप गणाउंदा, गिणतियां मिणतियां करदा फिरदा। कहते इस तरह कहते ये भाणे तो उल्ट काम करदा है। कहते फिर अखीर ते कहते अंत वेले मनमुख जीव जिहड़ा है रोवै, रोंदा है। नावो भुल्ला ठौर न पाए, आए जाए दुख पाएंदा। क्योंकि ये नाम तो भुल्ला होया है, इन्हें परमात्मा वाहिगुरु के नाम नूं विसारिया होया है, जिस करके इहनूं ठौर ना पाए, थां नहीं प्राप्त हो रही, नसीब नहीं हो रही है। हालत कैसी है? फिर आए जाए दुख पाएंदा, जन्म लैके संसार च आ गया, मर के संसार तो चला गया। इंज कहते ये दुख पाउंदा, जम्मण मरण के चक्कर दे विच रहिंदा है। ये जम्मण मरण का सिलसिला इस जीव का कदे मुकदा नहीं है। बार बार जम गया, बार बार मर गया, टेढ़ियां वेढ़ियां चूना च भटकदा है। वो जीव कोड़ है जिहड़ा मनमुख है, जिहनूं परमात्मा दा नाम चंगा नहीं लगदा, जिन्हां अपनी रसना तो गुरु सरे वाहिगुरु नहीं आखना कीता, वाहिगुरु दे भाणे नूं मिठा करके नहीं मनना कीता। असल विच वो जीव है इहो जिहा। इस करके गुरु सवेरे बार बार ये दईयां प्राप्त होने वालियां नहीं हैं। अज सानूं मिल गईयां, कल नूं पता नहीं मिलनी कि नहीं मिलनी है। इस देही दे राहीं आपां लाहा लै लईए। जे लाहा लवांगे तो सानूं लाभ होवेगा, मालक दे दर ते खुशियां खेड़े मिलणगे। जिवें आपां अपने जीवन च विचरदियां होइआं हर एक जीव अपना कार विहार करदा है, दसां नौहां दी किरत करदा, कोई खेतीबाड़ी करदा, कोई दुकानदारी करदा, कोई फैक्टरी चलाउंदा, कोई नौकरी चाकरी करदा। सारे नूं किरत करनी पैंदी है। कोई भी जीव है किरत करनी पैनी है। फिर आपां देखदे सानूं प्रॉफिट किन्ना है, तो प्रॉफिट देखते हैं किन्ना प्रॉफिट होया है। कि असीं मानो 2 लाख रुपया 3 लाख 4 लाख बिजनेस लाता, तो आप प्रॉफिट भालदे कि सानूं डबल जिहड़ा है प्रॉफिट हो जाए, सानूं लाभ होवे। जे घाटा पै जाए फिर गुरु सर आपां रोंदे आ कि सानूं आह कारोबार च घाटा पै गया, साडा बड़ा नुकसान हो गया। फिर साडी हालत इहो जी हो जाती है। जिवें कारोबार च घाटा पिया तू दुखी हुंदा है जीव। संसार च विचरदियां होइआं तैनूं दिन ते रात करके तैनूं घाटा पै रहा है। तेरी अवध जिहड़ी है ये घटदी जा रही, स्वासां रूपी पूंजी तेरी खचत हुंदी जा रही है। किवें खचत हुंदी है? रोजाना आपां पढ़दे ते पातशाह बचन करदे हन कि औध घटै दिन सरैणारे, मन गुर मिल काज सवारे। औध घटै, अवधू घटदी है किवें? दिन ते रात करके। दिन आ गया, रात आ गई, फिर दिन आया, फिर रात आई। इस तरह तेरी स्वासा रूपी पूंजी मुकदी जा रही है। हे मना, गुरु नूं मिल के तू अपने कारज संवारना कर। जिस कारज लई तेरा जन्म होया है, परमात्मा की इबादत करन दे लई तेरा नाम रखिया गया बंदा। बंदा नाम तां रखिया कि बंदगी करन वाला। बंदगी तो बिना तू फिर बंदा काहदा है? किसी काम का नहीं है। इस करके सतगुरु कहते ने बंदे खोज दिल हर रोज, ना फिर परेशानी माहे। इहो जो दुनिया सहर मेला, दस्तगीरी ना है। कहते तैनूं फिर परेशानी नहीं होवेगी।
ਜੇ ਤੂੰ ਆਪਣੇ ਅੰਦਰ ਦੀ ਖੋਜ ਕਰੇਗਾ, ਤੂੰ ਆਪਣੇ ਅੰਦਰੋਂ ਉਸ ਵਾਹਿਗੁਰੂ ਨੂੰ ਲੱਭ ਲਵੇਗਾ, ਵਾਹਿਗੁਰੂ ਵਿੱਚ ਇੱਕਮਿਕ ਹੋ ਜਾਵੇਗਾ। ਇਸ ਕਰਕੇ ਆਪਣੇ ਦੀ ਖੋਜ ਕਰਨੀ, ਆਪਣੇ ਆਪ ਦੀ, ਕਿ ਮੈਂ ਕਿੱਥੋਂ ਆ, ਕੀ ਆ, ਮੇਰਾ ਜਨਮ ਕਿਵੇਂ ਹੋਇਆ, ਕਿੱਥੋਂ ਆਇਆ ਹਾਂ, ਬਾਕੀ ਜਾਣਾ ਕਿੱਥੋਂ ਹੈ। ਜਦੋਂ ਸਾਨੂੰ ਆਪਣਾ ਐਡਰੈਸ ਪਤਾ ਲੱਗ ਗਿਆ ਤੇ ਉਦੋਂ ਮੰਨੋ ਸਾਡਾ ਜੀਵਨ ਜਿਹੜਾ ਸਫਲਾ ਹੋ ਗਿਆ। ਪਰ ਕਹਿੰਦੇ ਨਾਮ ਨੂੰ ਭੁਲਾਣ ਕਰਕੇ ਬਿਨ ਨਾਵੈ ਸਭ ਭਰਮ ਦੇ, ਨਿਤ ਜਗ ਤੋਟਾ ਸਹਿ ਸਾਰ, ਮਨਮੁਖ ਕਰਮ ਕਮਾਵਦੇ ਹੋਮੈ ਅੰਧ ਗੁਬਾਰ। ਕਹਿੰਦੇ ਸੰਸਾਰ ਨੂੰ ਘਾਟਾ ਹੀ ਪੈ ਰਿਹਾ, ਸਾਰੇ ਸੰਸਾਰ ਨੂੰ। ਮਨਮੁਖ ਜੀਵ ਕਰਮ ਕਮਾ ਰਹੇ ਹਨ, ਪਰ ਹੋਮੈ ਵਿੱਚ ਨੇ, ਹੰਗਤਾ ਮਮਤਾ ਵਿੱਚ ਨੇ, ਜਿਸ ਕਰਕੇ ਅੰਧਲੇ ਹੋਏ ਫਿਰਦੇ, ਨੇਤਰਾਂ ਵਿੱਚ ਭਰਮ ਦੇ ਫੋਲੇ ਪਏ ਨੇ। ਤੇ ਸਤਿਗੁਰੂ ਕਹਿੰਦੇ ਗਵਾਰ ਨੇ, ਬੇਸਮਝ ਹਨ, ਕਿਸੇ ਪ੍ਰਕਾਰ ਦੀ ਸੂਝੀ ਨਹੀਂ ਹੈ। ਇਸ ਕਰਕੇ ਪਾਤਸ਼ਾਹ ਇੱਥੇ ਬਚਨ ਕਰਦੇ ਨੇ ਕਿ ਨਾਵਹੁ ਭੁੱਲਾ, ਜਿਹੜਾ ਨਾਮ ਨੂੰ ਭੁਲਾ ਦਿੰਦਾ ਨਾ, ਠੌਰ ਨਾ ਪਾਜ ਨੂੰ ਥਾਂ ਨਹੀਂ ਮਿਲਦੀ ਫਿਰ ਕਿਤੇ ਵੀ। ਆਏ ਜਾਏ ਦੁੱਖ ਪਾਏਂਦਾ, ਉਹ ਜਨਮ ਲੈ ਕੇ ਸੰਸਾਰ 'ਚ ਆਇਆ, ਮਰ ਕੇ ਚਲਿਆ ਗਿਆ। ਇੰਝ ਕਹਿੰਦੇ ਉਹ ਦੁੱਖ ਹੀ ਪ੍ਰਾਪਤ ਕਰਦਾ ਹੈ, ਉਹਨੂੰ ਸੁੱਖ ਨਸੀਬ ਨਹੀਂ ਹੁੰਦਾ ਹੈ। ਨਿਰਮਲ ਕਾਇਆ ਊਜਲ ਹੰਸਾ, ਤਿਸ ਵਿੱਚ ਨਾਮ ਨਿਰੰਜਨ ਅੰਸਾ। ਹੁਣ ਸਤਿਗੁਰੂ ਜੀ ਗੁਰਮੁਖਾਂ ਦੀ ਗੱਲ ਕਰਦੇ ਨੇ। ਪਹਿਲੀਆਂ ਪੰਕਤੀ 'ਚ ਮਨਮੁਖ ਦੀ ਗੱਲ ਕੀਤੀ ਹੈ, ਹੁਣ ਉਹਨਾਂ ਦੀ ਗੱਲ ਕਰਦੇ ਜਿਨ੍ਹਾਂ ਨੇ ਰੱਬ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ, ਪ੍ਰਭੂ ਦੇ ਭਾਣੇ ਨੂੰ ਮਿੱਠਾ ਕਰਕੇ ਮੰਨ ਲਿਆ। ਕਹਿੰਦੇ ਇਹ ਸਰੀਰ ਕੀ ਹੈ? ਕਹਿੰਦੇ ਨਿਰਮਲ ਕਾਇਆ, ਇਹ ਪਵਿੱਤਰ ਹੈ। ਇਸ ਦੇਹੀ ਦੇ ਰਾਹੀਂ ਜੇ ਆਪਾਂ ਚੰਗੇ ਕਰਮ ਕਰਾਂਗੇ ਫਿਰ ਗੁਰੂ ਸਾਰੇ ਇਹ ਦੇਹੀ ਸਾਡੀ ਪਵਿੱਤਰ ਹੈ। ਇਸ਼ਨਾਨ ਕਰਨ ਦੇ ਨਾਲ, ਨਹਾਉਣ ਦੇ ਨਾਲ ਪਵਿੱਤਰ ਨਹੀਂ ਹੋਣੀ ਹੈ। ਪਵਿੱਤਰ ਕਰਨ ਦੇ ਨਾਲ ਹੀ ਇਹਦਾ ਤਨ ਦੀ ਸਫਾਈ ਹੋਵੇਗੀ ਸਾਡੀ। ਬਾਹਰ ਦੀ ਸਫਾਈ ਆਪਾਂ ਕਰ ਲਵਾਂਗੇ ਪਰ ਅੰਦਰ ਦੀ ਸਫਾਈ ਨਹੀਂ ਹੋ ਸਕਦੀ ਹੈ। ਅੰਦਰਲੀ ਸਫਾਈ ਇਸ ਪਾਣੀ ਨਾਲ ਨਹੀਂ ਹੋਣੀ, ਸਾਬਣ ਨਾਲ ਨਹੀਂ ਹੋਣੀ। ਉੱਥੇ ਨਾ ਸਾਬਣ ਲੱਗਣਾ ਨਾ ਪਾਣੀ ਲੱਗਣਾ ਹੈ, ਉੱਥੇ ਤਾਂ ਨਾਮ ਰੂਪੀ ਜਲ ਵਰਤਿਆ ਜਾਣਾ ਹੈ। ਜਿਹੜੇ ਅੰਦਰੋਂ ਵੀ ਨਿਰਮਲ ਨੇ, ਬਾਹਰੋਂ ਵੀ ਨਿਰਮਲ ਨੇ, ਉਹ ਕਿਹੜੇ ਨੇ? ਜਿਨ੍ਹਾਂ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਵਸਿਆ ਹੋਇਆ। ਕਈ ਹੁੰਦੇ ਨੇ ਮਨੁੱਖ, ਆਮ ਤੌਰ 'ਤੇ ਆਪਾਂ ਦੇਖਦੇ ਹਾਂ ਸੰਸਾਰ 'ਚ ਵਿਚਰਦੇ ਹੋਏ, ਕਿ ਬਾਹਰੋਂ ਬੜੀਆਂ ਮਿੱਠੀਆਂ ਮਿੱਠੀਆਂ ਗੱਲਾਂ ਕਰਨਗੇ, ਦੇਖਣ ਨੂੰ ਲੱਗਦਾ ਕਿ ਬੰਦਾ ਬੜਾ ਵਧੀਆ ਜੀ ਹੈ, ਬੜੇ ਚੰਗੇ ਸੁਭਾਅ ਵਾਲਾ ਹੈ, ਅਤੇ ਅੰਦਰੋਂ ਗੁਰੂ ਸਰ ਉਹ ਲੋਕ ਛੁਰੀ ਚਲਾ ਦਿੰਦੇ ਨੇ। ਇਹੋ ਜਿਹੇ ਨਹੀਂ ਪ੍ਰਵਾਨ ਸਤਿਗੁਰੂ ਨੂੰ। ਸਤਿਗੁਰੂ ਨੂੰ ਪ੍ਰਵਾਨ ਕਿਹੜੇ ਨੇ? ਜਿਹੜੇ ਗੁਰੂ ਸਰ ਅੰਦਰੋਂ ਵੀ ਇੱਕੋ ਜਿਹੇ ਅਤੇ ਬਾਹਰੋਂ ਵੀ ਇੱਕੋ ਜਿਹੇ, ਜਿਨ੍ਹਾਂ ਦਾ ਮਨ ਬਿਲਕੁਲ ਸਾਫ਼ ਹੋਵੇ ਨਾ। ਜਿਹਦਾ ਮਨ ਸਾਫ਼ ਹੋਵੇ ਉਹ ਉਸ ਸਤਿਗੁਰ ਦੇ ਦਰ 'ਤੇ ਪ੍ਰਵਾਨ ਹੁੰਦੇ ਨੇ ਅਸਲ ਵਿੱਚ। ਅਤੇ ਸਤਿਗੁਰੂ ਕਹਿੰਦੇ ਨੇ ਨਿਰਮਲ, ਜਿਨ੍ਹਾਂ ਦੇ ਅੰਦਰ ਪਰਮਾਤਮਾ ਦਾ ਨਾਮ ਵਸ ਜਾਂਦਾ, ਉਹਨਾਂ ਦੀ ਫਿਰ ਸਰੀਰ ਰੂਪੀ ਕਾਇਆ ਜਿਹੜੀ ਹੈ ਨਾ, ਸਰੀਰ ਹੈ, ਇਹ ਨਿਰਮਲ ਹੋ ਜਾਂਦੀ ਹੈ। ਉਹ ਉਸ ਸਰੀਰ ਕਾਇਆ ਵਿੱਚ ਉਜਲ ਹੰਸਾ, ਜੀਵ ਕਹਿੰਦੇ ਇੱਕ ਉਜਲ ਚਿੱਟੇ ਹੰਸ ਦੀ ਨਿਆਈ ਬਾਸਾ ਜੀਵ ਦਾ ਕੀਤਾ ਹੋਇਆ ਹੈ। ਜਿਹੜੀ ਸਾਡੀ ਜਿੰਦ ਹੈ, ਜੀਵ ਕੋਣ ਹੈ? ਜਿੰਦ, ਆਤਮਾ ਉਜਲ ਹੈ। ਕਹਿੰਦੇ ਤਿਸ ਵਿੱਚ ਨਾਮ ਨਿਰੰਜਨ ਅੰਸਾ, ਕਿਉਂਕਿ ਉਹ ਜੀਵ ਹੈ ਜਿਹਦੇ ਵਿੱਚ ਕਹਿੰਦੇ ਪਰਮਾਤਮਾ ਦਾ ਨਾਮ ਹੈ। ਜਿਸ ਜਿੰਦ ਆਤਮਾ ਨੇ ਵਾਹਿਗੁਰੂ ਦਾ ਨਾਮ ਜਪਣਾ ਕੀਤਾ, ਨਿਰੰਜਨ ਜੋ ਮਾਇਆ ਦੀ ਕਾਲਕ ਤੋਂ ਰਹਿਤ ਹੈ, ਕਹਿੰਦੇ ਉਸ ਵਾਹਿਗੁਰੂ ਦੇ ਵਿੱਚ ਇੱਕਮਿਕ ਹੋਏ ਨੇ। ਅਸਲ ਵਿੱਚ ਕਹਿੰਦੇ ਉਹ ਸਰੀਰ ਕਾਇਆ ਕਹਿੰਦੇ ਵਾਹਿਗੁਰੂ ਦੇ ਦਰ 'ਤੇ ਪ੍ਰਵਾਨ ਹੈ। ਹੁਣ ਚਿੱਟੇ ਕੱਪੜਿਆਂ ਵਾਲੇ ਗੁਰੂ ਸਰ ਨਿਰਮਲ ਨਹੀਂ ਹਨ। ਗੁਰਬਾਣੀ ਵਿੱਚ ਤਾਂ ਪਾਤਸ਼ਾਹ ਨੇ ਕਹਿ ਦਿੱਤਾ ਕਿ ਚਿੱਟੇ ਜਿਨ ਕੇ ਕੱਪੜੇ ਮੈਲੇ ਚਿੱਤ ਕਠੋਰ, ਤਿੰਨ ਮੁਖ ਨਾਮ ਨਾ ਵਿਆਪੇ, ਦੂਜਾ ਵਿਆਪਣ ਚੋਰ।
गुरु ग्रंथ साहिब महाराज कह रहे ने, धन गुरु ग्रंथ साहिब महाराज, कि लोगों को आखना कि राम नाम जपो, वाहिगुरू वाहिगुरू जपो, तो अपनी जपण की बारी आनी तो आप गुरु से जपना नहीं है। नहीं, पहला आप कमा, आप कमा के फिर दूजे नूं आख तू भी कमाई कर पाई। पर साड़ी हालत पता कैसी है, अवर पदेश आप न करै, आवत जावत जन्मै मरै। इहो जी साड़ी हालत हो गई है। तो गुरु पातशाह कृपा करते ने, कहते इस तरह वो काया वो शरीर निर्मल है, जीव रूपी हंस कहते बड़ा उज्जल है उहदे विच शरीर विच, क्योंकि तिस विच नाम निरंजन अंसा। उस जीव ने कहते शरीर नूं प्राप्त करके जिहड़ा परमात्मा दा नाम अंदर ही है, नाम किते बाहर नहीं है, नाम साडे अंदर ही है। पर नाम नूं प्रगट करना किवें है, गुरु दे दसे हुए मंत्र दे राही। जिहड़े सानू पंज प्यारे सहबान गुरमंत्र मूल मंत्र दिंदे ने, असल विच इह की है, साडे अंदर है। ते एक प्रगट करने का तरीका है, सतगुरु जणांदे ने कि भाई आ तेरे अंदर है नाम, ये जप, इहनूं चेते रख। जब तू माता दे उदर विच सी ना, पुट्ठा लमकिया होया सी, वो तैनूं चेते सी, तैनूं तू वादा करके आया सी संसार विच कि नाम जपांगा, बंदगी करांगा। पर जदों विचों गर्भ निकल आया, खसम विसार दुनी चित लाया। उदों मालक नूं विसार दिता, दुनिया नाल संसार नाल अपने चित्त नूं लाना कीता है। ते गुरु पातशाह कृपा करदे ने, कहंदे जिहड़ा तू भुल्लिया फिरदा नाम तेरे अंदर ही है, उहनूं जप। सतगुरु वो नाम है की है, ते पातशाह कहंदे वो नाम है गुरमंत्र, वो नाम है मूल मंत्र। कहंदे ये तू जप, जो जपेगा ना तैनूं फिर अपनी तैनूं याद आवेगी, चेता आवेगा कि आ नाम मैं जपिया सी, मेरी सुरती जुड़ी हुई सी, मैं वाहिगुरू ने एक मिक सी। वो कीता होया वादा तैनूं याद आवेगा। जो कीता होया वादा याद आ गया, फिर तू उस बालक नाल एक मिक हो जाएगा, फिर तेरा जम्मण मरण का चक्कर जिहड़ा है कटिया जाएगा। वो पातशाह कहते फिर कहते वो जिहड़ा जिस विच नाम निरंजन अंसा, फिर वो जीव जिहड़ा जिहदे अंदर कहते नाम जिहड़ा है बस जांदा, वो निर्मल हुंदा, निरंजन माया दी कालख तो रहत जिहड़ा अंसा अवतार परमेश्वर है। कहते वो वाहिगुरू नाल एक मिक हो जाते ने, उस मालक के नाम नूं वो प्राप्त कर लैंदे हन। सगले दुख अमृत कर पीवै, बहुड़ दुख ना पाएंदा। हुण देखो वाह कमाल दे बचन पातशाह कर रहे ने। कहते जिन्हां दे हिरदे अंदर परमात्मा दा नाम बस जांदा ना, उज्जल हंस दी ने चिट्टे हो जाते ने, पर एक भी उन्हां दे अंदर औगण नहीं हुंदा। कहते पर जेकर कोई दुख उन्हूं आके चिंबड़ जावे, शरीरक रोग लग गया, मानसिक रोग लग गया, कोई रोग लग गया आके, कहते उन्हां दुखां नूं देख के वो घबराउंदे नहीं हन, दुखां नूं देख के घबराउंदे नहीं हन, ते करदे की ने, सारे दुखां नूं अमृत कर पीवै। कि वाहिगुरू तेरी रजा है, तेरा भाणा है, तेरे भाणे नूं असीं मिठा करके मनना। कहते इस तरह उस नूं फिर अपने पिंडे उत्ते हंडा लैंदे ने प्यार दे नाल, कोई दुख नहीं मनाउंदे। अवस्था किहो जी बनदी है कि जे गुर झड़के तां मीठा लागै, जे बख्शे तां गुर वडियाई। तन मन काट काट सब अर्पी, बिच अग्नि आप जलाई। पखा फेरी पानी ढोवां, हर दासन दास कराई। इहो जी अवस्था दी बन जाती है गुरु सवारियो। अपना आप वो कुर्बान करने लई तैयार हो जाते ने। जे दुख की घड़ी आउंदी है ना, दुख वेले जे भाई दयाले नूं आख्या तां उबलदी देगे विच बैठ, ते बैठण लई तैयार हो जाते हैं कि मेरे गुरु की रजा है, कोई गल नहीं। मेरा तन जिहड़ा है तन सड़ेगा, मन मेरा गुरु चरणा विच,
ਮਨ ਮੇਰਾ ਗੁਰੂ ਦੇ ਵਿੱਚ ਹੈ ਤੇ ਤਨ ਸੜਦਾ ਸੜਨ ਦੇ, ਇਹ ਗੁਰੂ ਦੀ ਰਜਾ ਹੈ। ਮੈਂ ਗੁਰੂ ਦੀ ਰਜਾ ਨੂੰ ਮਿੱਠਾ ਕਰਕੇ ਮੰਨਣਾ ਹੈ। ਦੇਖੋ ਬਾਬਾ ਲਛਮਣ ਦਾਸ ਧਾਰੋਵਾਲ, ਪੁੱਠੇ ਕਰਕੇ ਜੰਡ ਨਾ ਬੰਨ੍ਹ ਦਿੱਤਾ ਗਿਆ, ਸਾੜ ਦਿੱਤਾ ਗਿਆ ਗੁਰੂ ਸਵਾਰਿਓ, ਤੇ ਭਾਈ ਸਾਹਿਬ ਜੀ ਨੇ ਉਹ ਤੱਕ ਨਹੀਂ ਕੀਤੀ, ਹਾਏ ਤੱਕ ਨਹੀਂ ਕੀਤੀ, ਤੇ ਗੁਰਧਾਮਾਂ ਨੂੰ ਆਜ਼ਾਦ ਕਰਵਾਇਆ ਨਨਕਾਣਾ ਸਾਹਿਬ ਨੂੰ। ਇਹ ਹੈ ਤਨ ਮਨ ਕਾਟ ਕਾਟ ਸਭ ਆਰਪੀ ਵਿੱਚ ਅਗਨੀ ਆਪ ਜਲਾਏ। ਜਿਉਂਦਿਆਂ ਜੀ ਅੱਗ ਲੜ ਸੜ ਜਾਈਏ, ਕਿੱਡਾ ਵੱਡਾ ਦੁੱਖ ਹੈ। ਮਾਵਾਂ ਭੈਣਾਂ ਪ੍ਰਸ਼ਾਦੇ ਪਕਾਉਂਦੀਆਂ ਤਵੇ ਉੱਤੇ, ਕਈ ਵਾਰੀ ਗਰਮ ਤਵੇ ਉੱਤੇ ਉਂਗਲ ਲੱਗ ਜਾਂਦੀ ਹੈ, ਕਿੰਨਾ ਦੁੱਖ ਹੁੰਦਾ ਹੈ। ਪਰ ਇੱਕ ਪਾਸੇ ਜਿਉਂਦਿਆਂ ਨੂੰ ਬੰਨ੍ਹ ਕੇ ਸਾੜਨਾ ਗੁਰੂ ਸਵਾਰਿਓ, ਉਬਲਦੇ ਦੇਗਿਆਂ ਵਿੱਚ ਉਬਾਲਣਾ, ਰੂਮ ਵਿੱਚ ਲਪੇਟ ਕੇ ਸਾੜਿਆ ਜਾਣਾ, ਤੋ ਫਿਰ ਵੀ ਕਹਿੰਦੇ ਨੇ ਤੇਰਾ ਕੀਆ ਮਿੱਠਾ ਲਾਗੈ ਹਰ ਨਾਮ ਪਦਾਰਥ ਨਾਨਕ ਮੰਗੈ। ਫਿਰ ਵੀ ਕਹਿ ਰਹੇ ਨੇ ਕਿੱਡੀ ਵੱਡੀ ਕਮਾਈ ਹੈ। ਕਾਰਨ ਕੀ ਹੈ? ਕਿ ਸਰੀਰਾਂ ਨਾਲ ਮੋਹ ਨਹੀਂ ਸੀ, ਸਰੀਰਾਂ ਨਾਲ ਮੋਹ ਨਹੀਂ ਸੀ, ਇਹ ਸੱਚ ਹੈ। ਸਾਡਾ ਮੋਹ ਹੈ ਸਰੀਰਾਂ ਦੇ ਨਾਲ, ਅਸੀਂ ਸਰੀਰਾਂ ਨਾਲ ਜੁੜੇ ਹੋਏ ਹਾਂ। ਉਹ ਰਹਿੰਦੇ ਸਰੀਰਾਂ ਵਿੱਚ ਸੀ, ਪਰ ਸਰੀਰਾਂ ਵਿੱਚ ਰਹਿੰਦਿਆਂ ਹੋਏ ਫਿਰ ਵੀ ਸਰੀਰਾਂ ਤੋਂ ਨਿਰਲੇਪ ਸੀ। ਤਨ ਕਰਕੇ ਸਮੇਂ ਅਨੁਸਾਰ ਖੁਰਾਕ ਜਿਹੜੀ ਤਨ ਨੂੰ ਗੁਰੂ ਸਾਹਿਬ ਦੇਣੀ ਪੈਂਦੀ ਸੀ, ਪਰ ਮਨ ਕਰਕੇ ਗੁਰੂ ਚਰਨਾਂ ਦੇ ਵਿੱਚ ਜੁੜੇ ਹੋਏ ਸਨ, ਗੁਰੂ ਦੇ ਚਰਨਾਂ ਦੇ ਭੋਰੇ ਬਣੇ ਹੋਏ ਸਨ। ਫਿਰ ਇਹੋ ਜਿਹੇ ਪਿਆਰੇ ਸੀ, ਜਿੰਨੇ ਦੁੱਖ ਆਏ ਨਾ, ਸਗਲੇ ਦੁੱਖ ਅੰਮ੍ਰਿਤ ਕਰ ਪੀਵੈ, ਅੰਮ੍ਰਿਤ ਜਾਣ ਕੇ ਸਾਰੇ ਦੁੱਖਾਂ ਨੂੰ ਪੀਣਾ ਕੀਤਾ। ਕਿੰਨਿਆਂ ਦਾ ਆਪਾਂ ਗੱਲ ਕਰੀਏ, ਮਾਈਆਂ ਦੇ ਗਲਾਂ ਵਿੱਚ ਟੋਟੇ ਟੋਟੇ ਕਰਕੇ ਬੱਚਿਆਂ ਦੇ ਹਾਰ ਪਾਏ ਗਏ, ਨੇਜਿਆਂ ਉੱਤੇ ਬੱਚੇ ਟੰਗੇ ਗਏ। ਜ਼ਾਲਮ ਗੁਰੂ ਸਵਾਰਿਓ ਜਦੋਂ ਮੀਰ ਮੰਨੂ ਬਾਢੀਆਂ ਪਾਉਂਦਾ ਸੀ ਨਾ, ਤੇ ਬੱਚਿਆਂ ਦੇ ਟੁਕੜੇ, ਬੱਚਿਆਂ ਨੂੰ ਆਕਾਸ਼ ਵੱਲ ਸੁੱਟਿਆ ਜਾਂਦਾ ਸੀ, ਥੱਲੇ ਨੇਜਾ ਖੜਾ ਕਰ ਦਿੱਤਾ ਜਾਂਦਾ ਸੀ, ਤੇ ਬੱਚੇ ਡਿੱਗ ਕੇ ਆਉਂਦੇ ਸੀ, ਨੇਜੇ ਵਿੱਚ ਪਰੋਏ ਜਾਂਦੇ ਸਨ। ਮਾਵਾਂ ਦੇ ਸਾਹਮਣੇ ਲਹੂ ਦੀਆਂ ਧਾਰਾਂ ਵਗ ਕੇ ਮਾਵਾਂ ਦੇ ਮੁੱਖਾਂ ਮੁੱਖ ਉੱਤੇ ਆ ਕੇ ਪੈਂਦੀਆਂ ਸਨ। ਪਰ ਉਦੋਂ ਵੀ ਉਹ ਸਿਦਕ ਵਾਲੀਆਂ ਮਾਵਾਂ ਗੁਰੂ ਸਵਾਰਿਓ ਰੋਈਆਂ ਜ਼ਰੂਰ ਨੇ, ਕਿ ਮਾਂ ਦਾ ਮੋਹ ਹੈ ਬੱਚਿਆਂ ਦੇ ਨਾਲ। ਪਰ ਜੋ ਦਾਨੀਆਂ ਸਿਆਣੀਆਂ ਬੀਬੀਆਂ ਆਖਦੀਆਂ, ਕਹਿੰਦੇ ਭੈਣੋ ਰੋਣ ਦਾ ਸਮਾਂ ਨਹੀਂ। ਕੀ ਹੋ ਗਿਆ? ਸਾਡੇ ਇੱਕ ਬੱਚਾ, ਦੋ ਬੱਚੇ ਚਲੇ ਗਏ, ਕੀ ਹੋ ਗਿਆ? ਸਾਡੇ ਗੁਰੂ ਪਾਤਸ਼ਾਹ ਨੇ ਸਾਡੇ ਦੀ 4 ਵਾਰਨਾ ਕੀਤੇ ਨੇ। ਸਾਡੇ ਪਾਤਸ਼ਾਹ ਨੇ 4 ਵਾਰੇ ਨੇ, ਇੱਕ ਆਪਣੇ ਨੇਤਰਾਂ ਦੇ ਸਾਹਮਣੇ ਸ਼ਹੀਦ ਕਰਵਾਏ ਨੇ, ਤੇ ਸਤਿਗੁਰੂ ਨੇ ਆਪਣੇ ਪਿਤਾ ਨੂੰ ਵਾਰਨਾ ਕੀਤਾ। ਕੀ ਨਹੀਂ ਸਤਿਗੁਰ ਨਾਲ ਹੋਇਆ? ਭੈਣੇ ਰੋਣ ਦਾ ਸਮਾਂ ਨਹੀਂ ਭੈਣੇ, ਇਹ ਸਮਾਂ ਹੈ ਗੁਰੂ ਦੀ ਰਜਾ ਨੂੰ ਮਿੱਠਾ ਕਰਕੇ ਮੰਨਣ ਦਾ। ਭੈਣੇ ਚਲੋ ਆਪਾਂ ਸੋਦਰ ਦਾ ਪਾਠ ਕਰੀਏ ਸਾਰੇ ਇਕੱਠੇ ਹੋ ਕੇ। ਜਿਹੜੇ ਮਾਸ ਦੀਆਂ ਬੋਟੀਆਂ ਸਨ ਨਾ, ਉਹ ਢੇਰ ਲਾ ਲਏ, ਇੱਕ ਥਾਂ ਇਕੱਠੇ ਕਰ ਲਏ। ਕਿਸੇ ਦਾ ਹੱਥ, ਕਿਸੇ ਦੀ ਬਾਂਹ, ਕਿਸੇ ਦਾ ਸਿਰ, ਕਿਸੇ ਦਾ ਨੱਕ, ਇੱਕ ਥਾਂ 'ਤੇ ਇਕੱਠੇ ਕੀਤੇ ਹੋਏ ਨੇ। ਇਹ ਨਹੀਂ ਪਛਾਣ ਕੇ ਇਹ ਕਿਹੜੇ ਬੱਚੇ ਦੀ ਲੱਤ ਹੈ, ਕਿਹੜੇ ਬੱਚੇ ਦਾ ਪੈਰ ਹੈ, ਕਿਹੜੇ ਦਾ ਸਿਰ ਹੈ, ਇਹ ਨਹੀਂ ਪਤਾ ਲੱਗ ਰਿਹਾ। ਤੇ ਗੁਰੂ ਸਵਾਰੇ ਇਕੱਠੀਆਂ ਨੇ ਬੈਠ ਕੇ ਬੀਬੀਆਂ ਨੇ ਸੋਦਰ ਦਾ ਪਾਠ ਕੀਤਾ। ਸੋਦਰ ਦਾ ਪਾਠ ਕੀਤਾ। ਪਾਠ ਕਰਨ ਉਪਰੰਤ ਬੀਬੀਆਂ ਨੇ ਫਿਰ ਅਰਦਾਸ ਕੀਤੀ। ਅਰਦਾਸ ਕੀ ਕੀਤੀ ਹੈ? ਕਹਿਣ ਲੱਗੇ, ਹੇ ਸੱਚੇ ਪਾਤਸ਼ਾਹ, ਆਪ ਜੀ ਦੇ ਭਾਣੇ ਵਿੱਚ ਰਜਾ ਦੇ ਵਿੱਚ 4 ਪਹਿਰ ਦਾ ਦਿਨ ਬਤੀਤ ਹੋਇਆ ਹੈ, 4 ਪਹਿਰ ਦੀ ਰਾਤਰੀ ਆਈ ਹੈ, ਆਪਣੀ ਰਜਾ ਵਿੱਚ ਭਾਣੇ ਵਿੱਚ ਬਤੀਤ ਕਰਾਉਣੀ। ਤੇ ਜਦੋਂ ਅਖੀਰ ਤੇ ਆਖਿਆ ਨਾ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਜਦੋਂ ਇਹ ਆਖਿਆ ਤੇ ਗੁਰੂ ਸਰ ਮੀਰ ਮੰਨੂ ਦਾ ਸਿਪਾਹੀ ਸੁਣ ਰਿਹਾ, ਉਹਦੇ ਅੱਖਾਂ ਵਿੱਚੋਂ ਵੀ, ਨੇਤਰਾਂ ਵਿੱਚੋਂ ਹੰਝੂ ਡਿੱਗਣ ਲੱਗ ਪਏ ਕਿ ਮਨਾ ਕਿਹੋ ਜਿਹੀ ਕੌਮ ਨਾਲ ਮੱਥਾ ਲਾਣਾ ਕੀਤਾ। ਐਡਾ ਵੱਡਾ ਦੁੱਖ ਹੋਵੇ, ਬੱਚੇ ਕਿਹਨੂੰ ਨਹੀਂ ਪਿਆਰੇ,
ਤੇ ਸਾਹਮਣੇ ਬੱਚੇ ਸ਼ਹੀਦ ਕੀਤੇ ਹੋਣ, ਨੇਜਿਆਂ ਵਿੱਚ ਪਰੋਏ ਹੋਣ, ਟੁਕੜੇ ਟੁਕੜੇ ਕੀਤੇ ਹੋਣ, ਚੁੱਕ ਕੇ ਪਟਕਾ ਕੇ ਪੱਥਰਾਂ ਉੱਤੇ ਮਾਰੇ ਹੋਣ, ਐਨਾ ਦੁੱਖ, ਪਰ ਫਿਰ ਵੀ ਸਰਬੱਤ ਦਾ ਭਲਾ ਮੰਗ ਰਹੀ ਹੈ। ਮੀਰ ਮੰਨੂ ਕੋਲ ਦੌੜ ਕੇ ਭੱਜ ਕੇ ਗਿਆ, ਕਹਿਣ ਲੱਗਾ ਜਾ ਪਨਾਹ, ਤੁਸੀਂ ਕਹਿੰਦੇ ਸਿੱਖਾਂ ਨੂੰ ਖਤਮ ਕਰ ਦੇਣਾ, ਸਿੱਖ ਕੌਮ ਦਾ ਨਾਮੋ ਨਾਮ ਨਿਸ਼ਾਨ ਮਿਟਾ ਦੇਣਾ। ਕਹਿੰਦੇ ਇਹ ਕੌਮ ਨਹੀਂ ਮੁੱਕਣੀ ਜੇ, ਆਪਾਂ ਸਾਰੇ ਮੁੱਕ ਜਾਵਾਂਗੇ, ਹਿੰਦੂ ਮੁੱਕ ਜਾਣਗੇ, ਮੁਸਲਮਾਨ ਮੁੱਕ ਜਾਣਗੇ, ਪਰ ਸਿੱਖ ਨਹੀਂ ਮੁੱਕਣਗੇ। ਕਹਿਣ ਲੱਗੇ ਕਿਉਂ ਨਹੀਂ ਮੁੱਕਣਗੇ? ਕਹਿੰਦੇ ਜਿਹੜੀ ਕੌਮ ਸਰਬੱਤ ਦਾ ਭਲਾ ਮੰਗਦੀ ਹੋਵੇ ਨਾ, ਉਹ ਕਦੇ ਮੁੱਕਣ ਵਾਲੀ ਨਹੀਂ ਹੈ। ਕਿੰਨੇ ਸਿਰਾਂ ਦੇ ਮੁੱਲ ਪਏ ਨੇ ਗੁਰੂ ਸਵਾਰਿਓ, ਕਿੰਨੀਆਂ ਕੁਰਬਾਨੀਆਂ ਦੇਣੀਆਂ ਪਈਆਂ ਨੇ, ਕੀ ਮੁੱਕ ਗਈ ਹੈ? ਇਹ ਐਵੇਂ ਨਹੀਂ। ਕਲਗੀਧਰ ਪਾਤਸ਼ਾਹ ਨੇ ਜਦੋਂ ਖਾਲਸੇ ਪੰਥ ਦੀ ਸਿਰਜਣਾ ਕੀਤੀ ਨਾ, ਪੁੱਛਿਆ ਸਤਿਗੁਰ ਨੂੰ ਕਿ ਪਾਤਸ਼ਾਹ ਇਹ ਖਾਲਸਾ ਹੈ ਕੀ ਹੈ? ਪਾਤਸ਼ਾਹ ਕਹਿਣ ਲੱਗੇ ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਇਹ ਖਾਲਸਾ ਅਕਾਲ ਪੁਰਖ ਦੀ ਫੌਜ ਹੈ, ਇਹ ਮੁੱਕਣ ਵਾਲੀ ਨਹੀਂ। ਜਿਹੜੀ ਅਕਾਲ ਪੁਰਖ ਨੇ ਖੁਦ ਪੈਦਾ ਕੀਤੀ ਹੋਵੇ, ਮੁੱਕ ਸਕਦੀ ਹੈ ਕਦੀ? ਤੇ ਇਹੋ ਜਿਹੇ ਸਨ ਜਿਹੜੇ ਜਿਨ੍ਹਾਂ ਨੇ ਗੁਰੂ ਸਾਹਿਬ ਪ੍ਰਭੂ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਣ ਵਾਲੇ, ਉਹ ਨੇ ਸਗਲੇ ਦੁੱਖ ਅੰਮ੍ਰਿਤ ਕਰ ਪੀਵੈ। ਜਿੰਨੇ ਦੁੱਖ ਸਰੀਰ ਉੱਤੇ ਆਏ, ਉਹਨੇ ਸਾਰੇ ਦੁੱਖਾਂ ਨੂੰ ਮਾਨੋ ਜਿਵੇਂ ਪਰਮਾਤਮਾ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਣਾ। ਅੰਮ੍ਰਿਤ ਦੀ ਨਿਆਈ, ਕਹਿੰਦੇ ਅੰਮ੍ਰਿਤ ਕਰਕੇ ਪੀ ਲੈ, ਕੋਈ ਨਹੀਂ, ਇਹ ਪ੍ਰਭੂ ਦੀ ਰਜ਼ਾ ਹੈ, ਪ੍ਰਭੂ ਦਾ ਹੁਕਮ ਹੈ, ਅਸੀਂ ਹੁਕਮ ਦੀ ਪਾਲਣਾ ਕਰਨੀ ਹੈ। ਬਹੁੜ ਦੁੱਖ ਨਾ ਪਾਏ ਦਾ। ਤੇ ਪਾਤਸ਼ਾਹ ਕਹਿੰਦੇ ਫਿਰ ਦੁਆਰਾ ਉਹਨਾਂ ਨੂੰ ਦੁਆਰਾ ਦੁੱਖ ਨਹੀਂ ਪ੍ਰਾਪਤ ਹੁੰਦਾ, ਭਾਵ ਉਹ ਜੰਮਣ ਮਰਨ ਤੋਂ ਰਹਿਤ ਹੋ ਜਾਂਦੇ ਨੇ, ਉਹ ਸਦੀਵੀ ਕਾਲੀ ਅਮਰ ਹੋ ਜਾਂਦੇ ਨੇ। ਬਾਰ ਬਾਰ ਉਹ ਜੰਮਦੇ ਨਹੀਂ, ਮਰਦੇ ਨਹੀਂ ਹਨ। ਜਿਹੜੇ ਗੁਰੂ ਸਵਰੇ ਨਾਮ ਅੰਮ੍ਰਿਤ ਪੀਂਦੇ ਹਨ, ਬਹੁ ਸਾਧੋ ਦੁੱਖ ਪ੍ਰਾਪਤ ਹੋਵੈ, ਭੋਗੋ ਰੋਗ ਸੋ ਅੰਤ ਬਿਗੋਵੈ। ਹੁਣ ਮਨਮੁਖ ਦੀ ਗੱਲ ਕਰਦੇ ਨੇ। ਮਨਮੁਖ ਜੀਵ ਜਿਹੜਾ ਗੁਰੂ ਸਰ ਆਪਣੇ ਸਰੀਰ ਦੀ ਪਾਲਣਾ ਪੋਸ਼ਣਾ ਵਿੱਚ ਲੱਗਿਆ ਹੋਇਆ, ਰਸਾਂ ਕਸਾਂ ਵਿੱਚ ਫਸਿਆ ਹੋਇਆ ਹੈ, ਬੜੇ ਸਵਾਦ ਚੱਖਦਾ ਜੀਵਨ ਨਾਲ, ਤੇ ਪਰਮਾਤਮਾ ਦਾ ਕਦੇ ਸ਼ੁਕਰ ਨਹੀਂ ਕਰਦਾ, ਧੰਨਵਾਦ ਨਹੀਂ ਕਰਦਾ। ਤੇ ਪਾਤਸ਼ਾਹ ਕਹਿੰਦੇ ਇਹੋ ਜਿਹੇ ਜੀਵ ਨੂੰ ਬੜੇ ਦੁੱਖ ਪ੍ਰਾਪਤ ਹੁੰਦੇ ਨੇ। ਇੱਕ ਨਹੀਂ ਅਨੇਕਾਂ ਦੁੱਖ ਆ ਕੇ ਘੇਰ ਲੈ। ਸਵਾਦ ਨਾਲ ਹੀ ਜੀਵ ਦਾ ਸਵਾਦ ਹੀ ਗੁਰੂ ਸਾਹਿਬ ਜੀਵ ਦੀ ਮਾਨਸਿਕ ਸਤਾ ਨੂੰ ਖਰਾਬ ਕਰ ਦਿੰਦਾ ਹੈ। ਤੇ ਸਤਿਗੁਰੂ ਕਹਿੰਦੇ ਇਸ ਤਰ੍ਹਾਂ ਨੂੰ ਦੁੱਖ ਮਿਲਦੇ ਨੇ। ਭੋਗੋ ਰੋਗ, ਅੱਗੇ ਕਹਿੰਦੇ ਅਨੇਕਾਂ ਪ੍ਰਕਾਰ ਦੇ ਪਦਾਰਥ ਭੋਗਦਾ, ਵਿਸ਼ੇ ਭੋਗਦਾ, ਕਹਿੰਦੇ ਫਿਰ ਰੋਗ ਉਤਪੰਨ ਹੁੰਦੇ ਨੇ। ਅੰਤ ਵੇਲੇ ਕਹਿੰਦੇ ਇਹ ਖੱਜਲ ਖੁਆਰ ਹੁੰਦਾ ਹੈ, ਦੁਖੀ ਹੁੰਦਾ ਹੈ। ਹਰਖੋ ਸੋਗ ਨ ਮਿਟਈ ਕਬਹੂ, ਬਿਨ ਭਾਣੇ ਪਰਮਾਏ ਦਾ। ਹਰਖੋ ਸੋਗ ਨ ਮਿਟਈ, ਕਹਿੰਦੇ ਜਿਹੜਾ ਇਹ ਖੁਸ਼ੀ ਤੇ ਗਮੀ ਹੈ, ਕਹਿੰਦੇ ਭਾਈ ਇਹ ਹਰਖ ਤੇ ਸੋਗ ਇਹ ਕਦੇ ਨਹੀਂ ਮਿਟ ਸਕਦਾ। ਅੱਜ ਖੁਸ਼ੀ ਹੈ, ਫਿਰ ਗਮੀ ਸ਼ੁਰੂ ਹੋ ਜਾਂਦੀ ਹੈ। ਖੁਸ਼ੀ ਹੀ ਦੁੱਖ ਦਾ ਕਾਰਨ ਬਣਦੀ ਹੈ, ਸੁੱਖ ਹੈ ਫਿਰ ਦੁੱਖ ਹੈ, ਦੁੱਖ ਤੋਂ ਬਾਅਦ ਫਿਰ ਸੁੱਖ ਆਉਂਦਾ ਹੈ। ਇੰਝ ਸਾਡੀ ਜ਼ਿੰਦਗੀ ਜਿਹੜੀ ਹੈ ਇਹ ਲੰਘਦੀ ਜਾਂਦੀ ਹੈ, ਇਹ ਕਦੇ ਨਹੀਂ ਮਿਟ ਸਕਦੇ ਹਨ। ਰੱਬ ਦੇ ਪਿਆਰਿਆਂ ਉੱਤੇ ਵੱਧ ਦੁੱਖ ਆਏ ਨੇ ਗੁਰੂ ਸਵਾਰੀ। ਦੇਖੋ ਆਪਾਂ ਦੇਖਦੇ ਹਾਂ ਇਤਿਹਾਸ ਪੜ੍ਹ ਕੇ, ਦੇਖੋ ਕਿੱਡੇ ਕਿੱਡੇ ਦੁੱਖਾਂ ਦਾ ਸਾਹਮਣਾ ਕਰਨਾ ਪਿਆ। ਪਰ ਗੁਰੂ ਸਵਾਰਿਓ ਜਿਨ੍ਹਾਂ ਨੇ ਤਾਂ ਭਾਣੇ ਨੂੰ ਮਿੱਠਾ ਕਰਕੇ ਮੰਨ ਲਿਆ, ਉਹਨਾਂ ਨੂੰ ਤਾਂ ਫਿਰ ਮਾਲਕ ਦੇ ਦਰ ਤੋਂ ਖੁਸ਼ੀਆਂ ਮਿਲ ਗਈਆਂ, ਖੇੜੇ ਮਿਲ ਗਏ, ਉਹ ਜੰਮਣ ਮਰਨ ਤੋਂ ਰਹਿਤ ਹੋ ਗਏ। ਪਰ ਜਿਨ੍ਹਾਂ ਨੇ ਗੁਰੂ ਭਾਣੇ ਤੋਂ ਉਲਟ ਕਰਮ ਕਰਨ ਦੀ ਕੋਸ਼ਿਸ਼ ਕੀਤੀ ਹੈ, ਤੇ ਪਾਤਸ਼ਾਹ ਕਹਿੰਦੇ ਨੇ ਫਿਰ ਉਹਨਾਂ ਦੀ ਹਾਲਤ ਐਸੀ ਹੋ ਗਈ, ਬਿਨ ਭਾਣੇ ਭਰਮਾਏ ਦਾ। ਵਾਹਿਗੁਰੂ ਦੇ ਭਾਣੇ ਤੋਂ ਬਿਨਾਂ ਉਹ ਭਰਮਾਂ ਵਿੱਚ ਹੀ ਫਸੇ ਰਹਿੰਦੇ ਨੇ, ਵਾਹਿਗੁਰੂ ਨੂੰ ਭਰਮਾਉਂਦਾ ਰਹਿੰਦਾ ਹੈ। ਉਹ ਵਾਰ-ਵਾਰ ਜੰਮਦੇ ਤੇ ਮਰਦੇ ਟੇਢੀਆਂ ਮੇਢੀਆਂ ਜੂਨਾਂ ਵਿੱਚ ਭੜਕਦੇ ਰਹਿੰਦੇ ਹਨ। ਇਹ ਗੁਰੂ ਸਵਾਰੇ ਸਤਿਗੁਰੂ ਜੀ ਨੇ ਸਾਡੇ ਉੱਤੇ ਬਖਸ਼ਿਸ਼ ਕੀਤੀ ਹੈ। 7 ਪਦਿਆਂ ਤੱਕ ਵਿਚਾਰ ਕਰਵਾਈ ਹੈ। ਬਾਕੀ ਰਹਿੰਦੇ ਸ਼ਬਦ ਦੀ ਵਿਚਾਰ ਆਪਾਂ ਕੱਲ੍ਹ ਵਾਲੇ ਦੀਵਾਨਾਂ